ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਗੁਰ ਮਮ ਬੇਰੀ ਕਟਹੋ ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ। ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ। ਧੰਨ ਧੰਨ ਸਤਿਗੁਰੂ ਗਰੀਬ ਨਵਾਜ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਨੇ ਆਪਾਂ ਤੇ ਕਿਰਪਾ ਕੀਤੀ ਹੈ। ਆਪਾਂ ਸਾਰਿਆਂ ਨੂੰ
ਆਪਣੀ ਹਾਜ਼ਰੀ ਵਿੱਚ ਬੈਠਣ ਦਾ, ਦਰਸ਼ਨ ਕਰਨ ਦਾ, ਕੀਰਤਨ ਸੁਣਨ ਦਾ, ਕਥਾ ਸੁਣਨ ਦਾ ਮੌਕਾ ਸੱਚੇ ਪਾਤਸ਼ਾਹ ਜੀ ਨੇ ਤਰੁੱਠ ਕੇ ਬਖਸ਼ਿਸ਼ ਕੀਤਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬੇਅੰਤ ਵਾਰ ਸ਼ੁਕਰ ਹੈ। ਆਓ ਸਾਰੀ ਸੰਗਤ ਬੜੇ ਹੀ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਦੂਸਰੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਮਹਾਨ ਪਵਿੱਤਰ ਕਥਾ ਆਪ ਜੀ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਸਵੱਟੀ 'ਤੇ ਬਹੁਤ ਵਿਰਲੇ ਟਿਕੇ ਉਹਨਾਂ ਵਿਰਲਿਆਂ ਵਿੱਚੋਂ ਵੀ ਪਾਸ ਹੋਣ ਵਾਲੇ, ਸਫਲ ਹੋਣ ਵਾਲੇ ਹਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਵੱਡੀ ਵਡਿਆਈ ਆਪ ਬਖਸ਼ਿਸ਼ ਕੀਤੀ, ਦਇਆ ਕੀਤੀ, ਮਿਹਰ ਕੀਤੀ। ਜਿਵੇਂ ਜਿਵੇਂ ਸਾਰਾ ਪ੍ਰਸੰਗ ਵਰਤਿਆ ਉਹ ਆਪ ਜੀ ਨੇ ਸਰਵਣ ਕੀਤਾ ਜੀ। ਉਪਰੰਤ ਧੰਨ ਗੁਰੂ ਅੰਗਦ ਦੇਵ ਮਹਾਰਾਜ ਅਤੇ ਬਾਬਾ ਜੀ ਬਾਬਾ ਅਮਰਦਾਸ ਸਾਹਿਬ ਜੀ ਦਾ ਬੜਾ ਹੀ ਪਿਆਰ ਹੈ। ਕਦੀ ਕਦੀ ਤੇ ਬਾਬਾ ਜੀ ਆਉਂਦੇ ਨੇ ਖਡੂਰ ਸਾਹਿਬ, ਅਤੇ ਕਦੀ ਕਦੀ ਗੁਰੂ ਅੰਗਦ ਦੇਵ ਸਾਹਿਬ ਆਪ ਦਰਸ਼ਨ ਦੇਣ ਜਾਂਦੇ ਆ। ਮਹਾਰਾਜ ਜੀ ਨੇ ਬੇਅੰਤ ਸੰਗਤਾਂ ਨੂੰ ਉਤਾਰਿਆ ਆਪਣੇ ਸਰੀਰ ਵਿੱਚ ਰਹਿ ਕੇ। ਵੱਡੀ ਗੱਲ, ਕੋਈ ਕਿੰਨਾ ਵੀ ਵੱਡਾ ਰੋਗੀ ਹੁੰਦਾ ਸੀਗਾ, ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਉਹਦੇ ਉੱਤੇ ਦ੍ਰਿਸ਼ਟੀ ਪਾਉਣੀ, ਸਤਿਗੁਰੂ ਜੀ ਦੀ ਦ੍ਰਿਸ਼ਟੀ ਵਿੱਚ ਇੰਨੀ ਵੱਡੀ ਤਾਕਤ ਸੀ, ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਸਨ ਜੀ। ਇਹ ਹਰ ਇੱਕ ਬੰਦੇ ਦੇ ਵੱਸ ਦੀ ਖੇਡ ਨਹੀਂ ਹੁੰਦੀ ਜੀ। ਰੱਬੀ ਪੁਰਸ਼ਾਂ ਦੇ ਵਿੱਚ ਤਾਕਤ ਹੁੰਦੀ ਹੈ। ਜਦੋਂ ਕਿਸੇ ਵੱਲ ਦੇਖਣ ਤੇ ਵੇਖਦਿਆਂ ਸਾਰੀ ਉਹਦੇ ਪਾਪ ਕੱਟ ਦੇਣ ਜੀ। ਤੁਸੀਂ ਹਿਸਾਬ ਲਾਓ ਵੀ ਦ੍ਰਿਸ਼ਟੀ ਵਿੱਚ ਕਿੰਨੀ ਵੱਡੀ ਤਾਕਤ ਹੋਏਗੀ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਇੱਕ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਬਾਰੇ ਦੱਸਦੇ ਜੀ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਵਰਸਦਾ ਜੀ। ਜਿਹਨੂੰ ਚਾਹਵੇ ਹਰਿਆ ਭਰਿਆ ਕਰ ਸਕਦਾ ਜੀ। ਅਤੇ ਬ੍ਰਹਮ ਗਿਆਨੀ ਪਤਾ ਕੀ ਹੈ? ਬ੍ਰਹਮ ਗਿਆਨੀ ਇੱਕ ਪੱਤੇ ਵਰਗਾ, ਅਤੇ ਸਤਿਗੁਰੂ ਮਹਾਰਾਜ ਆਪ ਇੱਕ ਰੁੱਖ ਵਰਗੇ ਹੈ ਜੀ। ਇੱਕ ਰੁੱਖ ਨੂੰ ਕਿੰਨੇ ਪੱਤੇ ਲੱਗੇ ਹੁੰਦੇ ਜੀ, ਬੇਹਿਸਾਬੇ ਹੁੰਦੇ ਆ, ਗਿਣਤੀ ਤੋਂ ਬਾਹਰ ਹੁੰਦੇ ਆ, ਅਤੇ ਰੁੱਖ ਤੇ ਰੁੱਖ ਹੀ ਹੈ ਨਾ ਜੀ। ਬਸ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਬੜੇ ਵੱਡੇ ਨੇ। ਜੇ ਇੱਕ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਵਰਸ ਸਕਦਾ, ਅਤੇ ਖੁਦ ਗੁਰੂ ਸਾਹਿਬ ਆਪ ਤੇ ਮਾਲਕ ਹਨ, ਆਪ ਤੇ ਪਰਮੇਸ਼ਰ ਹਨ ਮਹਾਰਾਜ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਗਤਾਂ ਨੂੰ ਸੱਦਿਆ, ਬਾਬਾ ਅਮਰਦਾਸ ਜੀ ਨੂੰ ਸੱਦਿਆ, ਅਤੇ ਸਾਰੀਆਂ ਸੰਗਤਾਂ ਦੇ ਵਿੱਚ ਬਚਨ ਕੀਤਾ, ਅਸੀਂ ਹੁਣ ਸਰੀਰ ਛੱਡ ਦੇਣਾ। ਜਦੋਂ ਮਹਾਰਾਜ ਨੇ ਬਚਨ ਕੀਤਾ ਨਾ, ਅਸੀਂ ਸਰੀਰ ਛੱਡ ਦੇਣਾ, ਕਿਉਂਕਿ ਮਹਾਰਾਜ ਜੀ ਦੀ ਕੋਈ ਬਜ਼ੁਰਗੀ ਵਾਲੀ ਉਮਰ ਨਹੀਂ ਹੈਗੀ। ਉਸੇ ਵੇਲੇ ਚਾਰੇ ਪਾਸੇ ਬੈਰਾਗ ਹੀ ਬੈਰਾਗ ਛਾ ਗਿਆ। ਮਹਾਰਾਜ ਇੰਨੀ ਛੇਤੀ ਸਰੀਰ ਤਿਆਗ ਦੇਣਾ। ਅਤੇ ਮਹਾਰਾਜ ਕਹਿੰਦੇ ਜਾਓ ਬਾਬਾ ਅਮਰਦਾਸ ਜੀ ਨੂੰ ਸੱਦ ਕੇ ਲੈ ਕੇ ਆਓ। ਇੱਕ ਸਿੱਖ ਨੇ ਜਾ ਕੇ ਛੇਤੀ ਬਾਬਾ ਅਮਰਦਾਸ ਜੀ ਨੂੰ ਸੱਦਿਆ। ਗੋਇੰਦਵਾਲ ਸਾਹਿਬ ਸਨ। ਜਦੋਂ ਬਾਬਾ ਅਮਰਦਾਸ ਜੀ ਨੂੰ ਪਤਾ ਲੱਗਾ ਵੀ ਮਹਾਰਾਜ ਸਰੀਰ ਤਿਆਗ ਰਹੇ ਹੈ, ਅਤੇ ਪਿਆਰਿਓ ਜੋ ਉਹਨਾਂ ਦੀ ਬੈਰਾਗ ਦੀ ਹਾਲਤ ਬਣ ਗਈ, ਉਹ ਵੀ ਤੁਸੀਂ ਸਰਵਣ ਕੀਤੀ ਜੀ। ਰਸਤੇ ਵਿੱਚ ਬੈਰਾਗ ਕਰੀ ਜਾਣ, ਬਜ਼ੁਰਗ ਸਰੀਰ ਹੈ। ਜਦੋਂ ਆਉਂਦਿਆਂ ਸਾਰ ਮਹਾਰਾਜ ਦੇ ਚਰਨਾਂ 'ਤੇ ਟਹਿ ਪਏ ਜੀ। ਇੰਨਾ ਜ਼ਿਆਦਾ ਬੈਰਾਗ ਕੀਤਾ ਵੀ ਬੋਲ ਨਹੀਂ ਸੀ ਹੋ ਰਿਹਾ। ਜਿਵੇਂ ਫੁਹਾਰਾ ਚੱਲ ਪੈਂਦਾ ਨਾ ਜੀ, ਅਤੇ ਪਾਣੀ ਦਾ ਪ੍ਰੈਸ਼ਰ ਨਿਕਲਦਾ ਜੀ ਬੜਾ, ਉਵੇਂ ਬਾਬਾ ਅਮਰਦਾਸ ਜੀ ਦੇ ਅੰਦਰ ਪ੍ਰੇਮ ਦਾ ਫੁਹਾਰਾ ਫੁੱਟਿਆ ਪਿਆ ਸੀਗਾ, ਬੈਰਾਗ ਦਾ ਫੁਹਾਰਾ ਫੁੱਟਿਆ ਪਿਆ ਸੀ। ਸੰਗਤ ਜੀ, ਜਿੱਥੇ ਪਿਆਰ ਹੋਵੇ ਨਾ, ਉੱਥੇ ਗੱਲਾਂ ਹੁੰਦੀਆਂ ਜੇ। ਜਿਸ ਬੰਦੇ ਦੇ ਨਾਲ ਸਾਡਾ ਪਿਆਰ ਨਹੀਂ ਹੈਗਾ ਜੀ, ਉਹ ਸਰੀਰ ਤਿਆਗ ਦੇ, ਅਸੀਂ ਅਫਸੋਸ ਤਾਂ ਕਰਾਂਗੇ, ਪਰ ਬੈਰਾਗ ਨਹੀਂ 'ਚ ਆਉਂਦਾ ਜੀ। ਤੁਸੀਂ ਵੇਖ ਲਓ, ਜਿਹਦਾ ਜਿੰਨਾ ਪਿਆਰ ਹੁੰਦਾ ਨਾ ਜੀ, ਉਹਦਾ ਓਨਾ ਬੈਰਾਗ ਬਾਹਰ ਆਉਂਦਾ ਜੀ, ਓਨਾ ਬਾਹਰ ਆਉਂਦਾ ਜੀ। ਬਾਬਾ ਜੀ ਤੇ ਬਹੁਤ ਜ਼ਿਆਦਾ ਬੈਰਾਗ ਕਰਦੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਵੀ ਇਹ ਸਾਡਾ ਸਰੀਰ ਹੈ, ਸਰੀਰ ਨਾਲ ਪਿਆਰ ਨਹੀਂ ਕਰਨਾ।
ਤੁਸੀਂ ਸਾਡਾ ਰੂਪ ਹੋ। ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਕਹਿ ਦਿੱਤਾ, ਅੱਜ ਤੋਂ ਬਾਅਦ ਸਾਡੇ ਗੁਰਤਾ ਗੱਦੀ ਦੇ ਮਾਲਕ ਤੁਸੀਂ ਹੋਵੋਗੇ। ਇਸ਼ਨਾਨ ਕਰਕੇ ਆਓ। ਇਸ਼ਨਾਨ ਕਰਕੇ ਆਏ, ਕੋਲ ਬਿਠਾਇਆ। ਮਹਾਰਾਜ ਨੇ ਆਖਿਆ ਤੁਸੀਂ ਗੁਰਤਾ ਗੱਦੀ ਦੇ ਮਾਲਕ ਹੋ। ਤੇ ਨਾਲ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਜੋਗ, ਬੈਰਾਗ, ਗਿਆਨ ਤੇ ਭਗਤੀ, ਇਹ ਤਿੰਨ ਚੀਜ਼ਾਂ ਨੇ ਖਜ਼ਾਨੇ ਦੀ। ਤਿੰਨ ਚੀਜ਼ਾਂ ਨੇ ਖਜ਼ਾਨੇ। ਵਾਹਿਗੁਰੂ ਚਾਰ ਨੇ ਖਜ਼ਾਨੇ ਨੇ ਜੀ। ਜਿਵੇਂ ਪਿਤਾ ਹੁੰਦਾ ਜੀ, ਪਿਤਾ ਸਰੀਰ ਤਿਆਗਣ ਲੱਗਿਆ ਆਪਣੀ ਜਾਇਦਾਦ ਬਾਰੇ ਦੱਸਦਾ, ਆਪਣੀ ਜਾਇਦਾਦ ਆਪਣੇ ਪੁੱਤਰਾਂ ਦੇ ਨਾਮ ਕਰਾਉਂਦਾ। ਇਹ ਵੀ ਜਾਇਦਾਦ ਹੈ ਜੀ ਅੰਦਰ ਦੀ ਹੀ। ਭਗਤੀ, ਸ਼ੁਭ ਗੁਣ, ਚੰਗੇ ਗੁਣ, ਵਾਹਿਗੁਰੂ ਜੀ ਦਾ ਨਾਮ ਅੰਦਰ ਜਾਇਦਾਦ ਹੈ ਜੀ, ਅੰਦਰ ਦੀ ਜਾਇਦਾਦ ਜੀ। ਜਿਉਂ-ਜਿਉਂ ਤੁਸੀਂ ਨਾਮ ਜਪੋਗੇ ਤਿਉਂ-ਤਿਉਂ ਇਹ ਜਾਇਦਾਦ ਵਧੇਗੀ ਜੀ। ਨਿਤਨੇਮ ਕਰੋ, ਸਿਮਰਨ ਕਰੋ, ਭਗਤੀ ਕਰੋ, ਸੇਵਾ ਕਰੋ, ਅੰਦਰ ਦੀ ਜਾਇਦਾਦ ਵਧੇਗੀ ਜੀ। ਇਹ ਅੱਗੇ ਫਿਰ ਹੀਰੇ ਮੋਤੀ ਹੈ ਜੀ ਜਾਇਦਾਦ ਦੇ। ਭਗਤੀ, ਵੈਰਾਗ, ਗਿਆਨ ਤੇ ਸਾਧ ਸੰਗਤ ਜੀ, ਜੋਗ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਾਰਾ ਕੁਝ ਉਹਨਾਂ ਨੂੰ ਬਖਸ਼ਿਸ਼ ਕੀਤਾ। ਮਹਾਰਾਜ ਕਹਿੰਦੇ ਇਹਨਾਂ ਦੇ ਖਜ਼ਾਨੇ ਹੁਣ ਤੁਹਾਨੂੰ ਦਿੱਤੇ, ਜੋ ਗੁਪਤ ਪ੍ਰਗਟ ਤਾਕਤਾਂ ਹਨ ਸਾਰੀਆਂ ਤੁਹਾਨੂੰ ਦਿੱਤੀਆਂ। ਲక్ష్ਮੀ ਮਾਇਆ ਹਰ ਸਮੇਂ ਤੁਹਾਡੇ ਅੱਗੇ ਹੱਥ ਜੋੜ ਕੇ ਖਲੋਤੀ ਰਿਹਾ ਕਰੇਗੀ। ਵੱਡੇ ਵੱਡੇ ਦੇਵਤੇ ਜਿਹੜੇ ਗੁਰੂ ਨਾਨਕ ਸਾਹਿਬ ਨੇ ਸਾਡੇ ਅਧੀਨ ਕੀਤੇ ਸੀ ਨਾ, ਉਹ ਸਾਰੇ ਤੁਹਾਡੇ ਅਧੀਨ ਹੋ ਗਏ। ਰਿੱਧੀਆਂ, ਸਿੱਧੀਆਂ ਤੇ ਨਿੱਧੀਆਂ ਚਾਰੇ ਪਾਸੇ ਘੇਰਾ ਪਾ ਕੇ ਖਲੋਤੀਆਂ ਰਿਹਾ ਕਰਨਗੀਆਂ। ਮੁੱਖ ਵੱਲ ਵੇਖਿਆ ਕਰਨਗੀਆਂ ਵੀ ਤੁਸੀਂ ਸਾਨੂੰ ਹੁਕਮ ਕਰੋ ਤੇ ਅਸੀਂ ਤੁਹਾਡੀ ਗੱਲ ਮੰਨੀਏ। ਇਸ ਤਰੀਕੇ ਦੇ ਬਚਨ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਆ। ਹੋਰ ਬਚਨ ਮਹਾਰਾਜ ਨੇ ਕਿਹਾ। ਮਹਾਰਾਜ ਕਹਿਣ ਲੱਗੇ ਤਿੰਨਾਂ ਲੋਕਾਂ ਦੇ ਜਿਹੜੇ ਮੁਖੀ ਲੋਕ ਨੇ ਨਾ, ਉਹ ਸਾਰੇ ਤੁਹਾਡੇ ਅਧੀਨ ਕੀਤੇ। ਮਹਾਰਾਜ ਕਹਿਣ ਲੱਗੇ ਵੱਡੀਆਂ ਵੱਡੀਆਂ ਤਾਕਤਾਂ ਤੁਹਾਡੇ ਅਧੀਨ ਹੋ ਗਈਆਂ ਅੱਜ ਤੋਂ। ਇੱਥੋਂ ਤੱਕ ਤੁਸਾਂ ਨੇ ਕਥਾ ਸਰਵਣ ਕੀਤੀ। ਹੁਣ ਇੱਕ ਬੰਨੇ ਕਿਸੇ ਦਾ ਬਹੁਤ ਪਿਆਰ ਵਾਲਾ ਵਿਛੋੜਾ ਪਾ ਰਿਹਾ ਹੋਵੇ ਜੀ, ਤੇ ਦੂਜੇ ਬੰਨੇ ਸਾਧ ਸੰਗਤ ਜੀ ਉਹਨੂੰ ਲੱਖਾਂ ਕਰੋੜਾਂ ਰੁਪਈਆ ਦੇ ਦਈਏ, ਉਹ ਕਹੇਗਾ ਮੈਨੂੰ ਲੱਖ ਕਰੋੜ ਨਹੀਂ ਚਾਹੀਦਾ, ਮੈਨੂੰ ਤੇ ਤੂੰ ਚਾਹੀਦਾ ਜੀ, ਜਿਹਦਾ ਪ੍ਰੇਮ ਹੈ ਜੀ। ਤੇ ਹੁਣ ਇਹ ਰਿੱਧੀਆਂ ਸਿੱਧੀਆਂ ਤਾਕਤਾਂ ਹੈ ਤੇ ਗੁਰੂ ਦੀਆਂ ਬਖਸ਼ਿਸ਼ਾਂ ਨੇ, ਪਰ ਸਤਿਗੁਰੂ ਤੇ ਸਤਿਗੁਰੂ ਹੀ ਹੈ ਨਾ ਜੀ। ਹੁਣ ਇਹਦੇ ਤੋਂ ਅੱਗੇ ਜੋ ਬਾਬਾ ਅਮਰਦਾਸ ਜੀ ਮਹਾਰਾਜ ਜੀ ਨੂੰ ਕਹਿ ਰਹੇ ਆ, ਉਹ ਆਪਾਂ ਨੇ ਬੜੇ ਪਿਆਰ ਨਾਲ ਸਰਵਣ ਕਰਨਾ। ਸੁਰਤੀਆਂ ਲੈ ਕੇ ਚੱਲੋ ਸਤਿਗੁਰਾਂ ਦੇ ਚਰਨਾਂ ਵਿੱਚ। ਜਵਾਨੀ ਦੀ ਅਜੇ ਅਵਸਥਾ ਹੈ। ਮੈਂ ਉਦਣ ਵੀ ਬੇਨਤੀ ਕੀਤੀ, ਗੁਰਬਾਣੀ ਦੇ ਅਨੁਸਾਰ ਜਦੋਂ ਬੰਦਾ 60 ਸਾਲਾਂ ਦਾ ਹੋ ਜਾਂਦਾ ਨਾ ਜੀ, ਉਦੋਂ ਬੁਢੇਪਾ ਸ਼ੁਰੂ ਹੁੰਦਾ ਜੀ। ਉਹਦੇ ਵਿੱਚ 70 ਦਾ ਮਤਹੀਣ ਆਖਿਆ, 80 ਦੇ ਨੂੰ ਆਖਿਆ ਇਹਨੂੰ ਵਿਹਾਰ ਨਹੀਂ ਆਉਂਦਾ, 90 ਸਾਲ ਨੂੰ ਤੇ ਆਖਿਆ ਵੀ ਫਿਰ ਮੰਜੇ ਤੇ ਹੀ ਪਏਗਾ ਜੀ। ਤੇ 60 ਕੇ ਬੁਢੇਪਾ ਆਵੇ। ਬੁਢੇਪਾ ਜਿਹੜਾ 60 ਸਾਲ ਦੀ ਉਮਰ 'ਚ ਸ਼ੁਰੂ ਹੁੰਦਾ ਜੀ, ਤੇ ਮਹਾਰਾਜ ਅਜੇ 60 ਸਾਲ ਦੀ ਉਮਰ ਵਿੱਚ ਨਹੀਂ ਸੀ ਆਏ ਜੀ। ਗੁਰੂ ਅੰਗਦ ਦੇਵ ਸਾਹਿਬ ਉਹ ਤੇ ਅਜੇ ਜਵਾਨੀ ਦੀ ਅਵਸਥਾ ਵਿੱਚ ਕਹਿ ਸਕਦੇ ਹਾਂ। 60 ਸਾਲ ਤੋਂ ਹੇਠਾਂ ਦੀ ਉਮਰ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਸਰੀਰ ਤਿਆਗ ਰਹੇ। ਜਿਹਨੂੰ ਬਖਸ਼ਿਸ਼ ਦੇ ਰਹੇ ਆ ਨਾ ਜੀ, ਉਹਨਾਂ ਦੀ ਉਮਰ ਕਿਤੇ ਵੱਡੀ ਹੈ ਜੀ। ਉਹਨਾਂ ਦੀ ਉਮਰ ਸਾਧ ਸੰਗਤ ਜੀ ਲਗਭਗ ਨਹੀਂ ਤੇ 72 ਸਾਲਾਂ ਤੋਂ ਉੱਤੇ ਹੈ ਜੀ। ਤੇ ਕਈ ਗੁਰਮੁਖ ਪਿਆਰੇ ਤੇ 92 ਸਾਲ ਵੀ ਦੱਸਦੇ, 90 ਸਾਲ ਵੀ ਦੱਸਦੇ। ਬੜੇ ਬੜੇ ਮਹਾਰਾਜ ਦੀ ਉਮਰ ਬਾਰੇ ਭੁਲੇਖੇ ਹਨ, ਪਰ ਗੁਰੂ ਅਮਰਦਾਸ ਸਾਹਿਬ ਜੀ ਦੀ ਉਮਰ ਵੱਡੀ ਹੈ ਜੀ। ਹੁਣ ਅੱਗੋਂ ਸੁਣੋ ਗੁਰੂ ਅਮਰਦਾਸ ਸਾਹਿਬ ਕੀ ਕਹਿੰਦੇ ਆ। ਪਿਆਰ ਵਾਲੇ ਬਚਨ ਨੇ। ਪਿਆਰ ਵਾਲੇ ਬਚਨ ਸੁਣੀਏ ਤੇ ਹਿਰਦੇ ਵਿੱਚ ਪਿਆਰ ਪੈਦਾ ਹੁੰਦਾ ਜੀ। ਸੋ ਬੜੇ ਹੀ ਪ੍ਰੇਮ ਨਾਲ ਸਰਵਣ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਬ ਸ਼੍ਰੀ ਅਮਰ ਨਮਰ ਹੋਏ ਕਹਿਓ। ਜਦੋਂ ਸਾਰੀਆਂ ਬਖਸ਼ਿਸ਼ਾਂ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੇ ਰਹੇ ਨੇ ਨਾ, ਤੇ ਉਹ ਨਿਮਰਤਾ ਦੇ ਵਿੱਚ ਆ ਕੇ, ਪਿਆਰ ਵਿੱਚ ਆ ਕੇ ਮਹਾਰਾਜ ਜੀ ਨੂੰ ਕਹਿ ਰਹੇ ਜੀ। ਹਾਂਜੀ। ਇਨ ਸੋ ਮੈਂ ਕੁਛ ਕਾਮ ਨਾ ਲਹਿਓ। ਹੇ ਸੱਚੇ ਪਾਤਸ਼ਾਹ,
ਮਹਾਰਾਜ ਮੇਰਾ ਇਹਨਾਂ ਨਾਲ ਕੀ ਕੰਮ ਹੈਗਾ ਮਹਾਰਾਜ, ਮੈਂ ਇਹਨਾਂ ਰਿੱਧੀਆਂ ਸਿੱਧੀਆਂ ਨੂੰ ਕੀ ਕਰਾਂਗਾ। ਹਾਂਜੀ। ਕਰਹੁ ਕਹਾ ਮੈਂ ਇਨ ਕੋ ਲੋਰ। ਹੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ, ਮੈਂ ਇਹਨਾਂ ਦਾ ਕੀ ਕਰਾਂਗਾ, ਮੈਨੂੰ ਇਹਨਾਂ ਦੀ ਕੀ ਲੋੜ ਹੈ ਰਿੱਧੀਆਂ ਸਿੱਧੀਆਂ ਦੀ। ਹੁਣ ਜਿਹੜਾ ਸੇਵਕ ਹੈ, ਜਿਹਨੂੰ ਸੇਵਾ ਦਾ ਆਨੰਦ ਆ ਰਿਹਾ, ਉਹਨੇ ਰਾਜ ਪਦਵੀ ਕੀ ਕਰਨੀ ਹੈ ਜੀ। ਹਾਂਜੀ। ਬਸ ਹੋ ਹਿਰਦੇ ਪਦ ਪੰਕਜ ਤੋਰ। ਤੇ ਸੱਚੇ ਪਾਤਸ਼ਾਹ ਗਰੀਬ ਨਵਾਜ, ਜੇ ਮੇਰੇ ਤੇ ਮਿਹਰ ਕਰਨੀ ਤੇ ਇਹ ਮਿਹਰ ਕਰੋ ਵੀ ਮੇਰੇ ਹਿਰਦੇ 'ਚ ਵਸ ਜਾਓ ਮਹਾਰਾਜ। ਮੈਨੂੰ ਇਹ ਰਿੱਧੀਆਂ ਸਿੱਧੀਆਂ ਮਾਇਆ ਬਖਸ਼ਿਸ਼ਾਂ ਨਹੀਂ ਚਾਹੀਦੀਆਂ, ਮੈਨੂੰ ਤੇ ਤੁਸੀਂ ਚਾਹੀਦੇ ਮਹਾਰਾਜ। ਮੈਨੂੰ ਤੇ ਤੁਸੀਂ ਮੇਰੇ ਹਿਰਦੇ 'ਚ ਵਸ ਜਾਓ, ਇਹਦੇ ਵਿੱਚ ਹੀ ਸਭ ਕੁਝ ਆਨੰਦ ਹੈ। ਹਾਂਜੀ। ਸਭ ਕੇ ਮਨ ਕੀ ਜਾਨਹੁ ਸੁਆਮੀ। ਮਹਾਰਾਜ ਆਪ ਜੀ ਨੂੰ ਕਿਹੜਾ ਨਹੀਂ ਪਤਾ, ਮਹਾਰਾਜ ਤੁਸੀਂ ਸਾਰਿਆਂ ਦੇ ਮਨ ਦੀ ਗੱਲ ਜਾਣਦੇ ਹੋ, ਮੇਰੇ ਅੰਦਰ ਦੀ ਕਿਉਂ ਨਹੀਂ ਗੱਲ ਜਾਣੋਗੇ। ਹਾਂਜੀ। ਜਿਮ ਵਰਤਹਿ ਤਿਮ ਅੰਤਰ ਜਾਮੀ। ਸੱਚੇ ਪਾਤਸ਼ਾਹ ਜੋ ਵਰਤਾਰਾ ਵਰਤ ਰਿਹਾ ਤੁਸੀਂ ਜਾਣਦੇ ਹੋ, ਮੇਰੇ ਵਰਗਾ ਉਤੋਂ ਉਤੋਂ ਆਖੀ ਜਾਵੇ ਜੀ ਮਹਾਰਾਜ ਮੈਨੂੰ ਤੇ ਤੁਹਾਡਾ ਪਿਆਰ ਚਾਹੀਦਾ, ਹੋਰ ਕੁਝ ਨਹੀਂ ਚਾਹੀਦਾ, ਅੰਦਰੋਂ ਵੱਡੇ ਵੱਡੇ ਸੁਪਨੇ ਵੀ ਵੇਖੀ ਜਾਵੇ ਜੀ, ਤੇ ਉਹਦਾ ਕੀ ਫਾਇਦਾ ਜੀ। ਹਾਂਜੀ। ਜਾਂ ਤੇ ਮੇਰੇ ਮਨ ਕੀ ਜਾਨ। ਸੱਚੇ ਪਾਤਸ਼ਾਹ ਇਸ ਕਰਕੇ ਆਪ ਮੇਰੇ ਮਨ ਦੀ ਗੱਲ ਜਾਣੋ ਮਹਾਰਾਜ, ਮੇਰਾ ਮਨ ਤੁਹਾਡਾ ਪਿਆਰ ਚਾਹੁੰਦਾ, ਇਹ ਕੁਝ ਨਹੀਂ ਚਾਹੁੰਦਾ। ਹਾਂਜੀ। ਬਸੋ ਹਿਰਦੇ ਨਿਤ ਕਾਂਖ ਮਹਾਨ। ਸੱਚੇ ਪਾਤਸ਼ਾਹ ਮੇਰੇ ਹਿਰਦੇ 'ਚ ਵਸ ਜਾਵੋ, ਮੇਰੀ ਇਹੋ ਹੀ ਇੱਛਾ ਹੈ। ਵੇਖ ਲਓ ਬੰਦੇ ਨਾ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਵਾਸਤੇ ਬੜੀ ਭਗਤੀ ਵੀ ਕਰਦੇ ਤੇ ਜਪ ਤਪ ਚਲੀਏ ਵੀ ਬੜੇ ਕੱਟਦੇ ਜੀ, ਤੇ ਮਹਾਰਾਜ ਦੇ ਰਹੇ ਤੇ ਬਾਬਾ ਅਮਰਦਾਸ ਜੀ ਕਹਿੰਦੇ ਮੈਨੂੰ ਚਾਹੀਦਾ ਹੀ ਕੁਛ ਨਹੀਂ ਜੀ। ਹਾਂਜੀ। ਸ਼੍ਰੀ ਅੰਗਦ ਸੁਨ ਪੁਨ ਸਮਝਾਇਬ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਹੁਣ ਉਹਨਾਂ ਤੇ ਗੁਰਤਾ ਗੱਦੀ ਦੇਣੀ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਮਝਾਉਣ ਲੱਗੇ। ਹਾਂਜੀ। ਬਿਨਾ ਕਹੇ ਇਹ ਸਭ ਢਿਗ ਆਇਬ। ਮਹਾਰਾਜ ਕਹਿਣ ਲੱਗੇ ਹੁਣ ਨਹੀਂ ਲਾਭ ਹੈਗਾ ਕੁਝ ਕਹਿਣ ਦਾ, ਇਹ ਹੁਣ ਸਭ ਕੁਝ ਤੁਹਾਡੇ ਕੋਲ ਆ ਗਿਆ। ਮਹਾਰਾਜ ਕਹਿਣ ਲੱਗੇ ਰਿੱਧੀਆਂ ਸਿੱਧੀਆਂ ਤਾਕਤਾਂ ਬਖਸ਼ਿਸ਼ਾਂ ਤੁਹਾਡੇ ਕੋਲ ਪਹੁੰਚ ਗਿਆ ਸਾਰਾ ਕੁਝ, ਕਹਿਣ ਲੱਗੇ। ਹਾਂਜੀ। ਕਰਨ ਹਾਰ ਆਗਿਆ ਨਿਤ ਤੇਰੀ। ਸਗਲ ਭਾਂਤ ਇਨ ਸ਼ਕਤ ਬਡੇਰੀ। ਹੁਣ ਤੁਸੀਂ ਕਰਨਹਾਰ ਬਣ ਗਏ, ਇਹਨਾਂ ਦੇ ਮਾਲਕ ਬਣ ਗਏ ਹੋ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹੁਣ ਬੜੀ ਸ਼ਕਤੀ ਆ ਗਈ ਤੁਹਾਡੇ 'ਚ, ਬਹੁਤ ਸ਼ਕਤੀ ਆ ਗਈ ਹੈ। ਹਾਂਜੀ। ਚਾਹੋ ਕਹੋ ਨਹਿ ਚਾਹੋ ਨਾ ਕਹੀਐ। ਮਰਜ਼ੀ ਤੁਹਾਡੀ ਹੈ, ਤੁਸੀਂ ਇਹਨਾਂ ਰਿੱਧੀਆਂ ਸਿੱਧੀਆਂ ਕੋ ਕੰਮ ਲੈਣਾ ਨਹੀਂ ਲੈਣਾ, ਇਹਨਾਂ ਬਰਕਤਾਂ ਕੋਲੋਂ ਮਰਜ਼ੀ ਤੁਹਾਡੀ ਹੈ। ਮਹਾਰਾਜ ਕਹਿਣ ਲੱਗੇ ਬੜੇ ਬੜੇ ਗੁਰਮੁਖ ਮਹਾਂਪੁਰਖ ਸਿੱਖ ਪੰਥ ਵਿੱਚ ਹੋਏ ਆ ਜੀ, ਗੁਰੂ ਸਾਹਿਬ ਦੇ ਸਿੱਖ ਜਿਨ੍ਹਾਂ ਕੋਲੋਂ ਇਹੋ ਜਿਹੀਆਂ ਬਰਕਤਾਂ ਸਨ ਜਿਨ੍ਹਾਂ ਕੋਲ, ਪਰ ਉਹ ਵਰਤਦੇ ਨਹੀਂ ਸੀਗੇ ਜੀ। ਹਾਂਜੀ। ਇਹ ਸਭ ਨਿਕਟ ਆਪਨੇ ਲਹੀਆ ਹੈ। ਤੁਹਾਡੀ ਮਰਜ਼ੀ ਭਾਵੇਂ ਵਰਤੋ, ਤੁਹਾਡੀ ਮਰਜ਼ੀ ਭਾਵੇਂ ਨਾ ਵਰਤੋ, ਪਰ ਰੱਬੀ ਤਾਕਤਾਂ ਹੁਣ ਤੁਹਾਡੇ ਕੋਲ ਨੇ ਸਾਰੀਆਂ। ਮਹਾਰਾਜ ਕਹਿਣ ਲੱਗੇ। ਹਾਂਜੀ। ਸਕਲ ਜਗਤ ਕੋ ਤੁਝ ਗੁਰ ਕੀਨਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਤੁਹਾਨੂੰ ਸਾਰੇ ਜਗਤ ਦਾ ਗੁਰੂ ਬਣਾਇਆ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੇ ਜਗਤ ਦੇ ਗੁਰੂ ਨੇ, ਕੋਈ ਮੰਨੇ ਜਾਂ ਨਾ ਮੰਨੇ। ਜਦੋਂ ਸਾਰਾ ਜਗਤ ਇਕੱਠਾ ਹੋ ਕੇ ਇਮਾਨਦਾਰੀ ਨਾਲ ਗੱਲ ਕਰੇਗਾ ਤੇ ਸਾਂਝੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਨਿਕਲਣੇ ਜੀ। ਮਹਾਰਾਜ ਦੀ ਬੜੀ ਵੱਡੀ ਸੋਚ ਸੀ ਦਸਵੇਂ ਪਾਤਸ਼ਾਹ ਦੀ। ਬਾਕੀ ਗੁਰੂਆਂ ਨੇ ਤਾਂ ਸਰੀਰ ਤਿਆਗ ਦੇਣੇ ਆ, ਪਰ ਇਹਨਾਂ ਨੇ ਨਹੀਂ ਤਿਆਗਣਾ। ਮਹਾਰਾਜ ਕਹਿਣ ਲੱਗੇ ਹੁਣ ਤੁਹਾਨੂੰ ਸਾਰੇ ਜਗਤ ਦਾ ਗੁਰੂ ਬਣਾਇਆ ਅਸੀਂ। ਹਾਂਜੀ। ਰਾਜ ਜੋਗ ਸਿੰਘਾਸਨ ਦੀਨਾ। ਰਾਜ ਜੋਗ ਸਿੰਘਾਸਨ ਇਹ ਸਾਰਿਆਂ ਦੇ ਮਾਲਕ ਤੁਸੀਂ ਹੋ ਹੁਣ। ਹਾਂਜੀ। ਸਤਿ ਨਾਮ ਕੋ ਸਿਮਰਨ ਸਾਰੇ। ਉਪਦੇਸੋ ਹੋਏ ਭਗਤ ਉਦਾਰੇ। ਇਸ ਕਰਕੇ ਹੁਣ ਤੁਸੀਂ ਜਗਤ ਵਿੱਚ ਸਤਿਨਾਮ ਸ੍ਰੀ ਵਾਹਿਗੁਰੂ ਉਪਦੇਸ਼ ਦਿਓ, ਨਾਮ ਜਪਾਓ ਸੰਗਤਾਂ ਨੂੰ। ਹਾਂਜੀ। ਨਰਨ ਹਜ਼ਾਰਨ ਕੋ ਕਲਿਆਣ।
ਕਰੋ ਆਪ ਦੇ ਕਰ ਉਰ ਗਿਆਨ। ਹਜ਼ਾਰਾਂ ਮਨੁੱਖਾਂ ਦਾ ਤੁਸੀਂ ਉਧਾਰ ਕਰੋ ਆਪਣਾ ਗਿਆਨ ਦੇ ਕੇ ਜੀ। ਹਾਂਜੀ। ਪ੍ਰੇਮ ਭਗਤ ਮੈਂ ਹੇਰ ਤੁਮਾਰੀ, ਬਸ ਹੋਵੇ ਦਈ ਸਮਰਿੱਧੀ ਸਾਰੀ। ਕਿਉਂ? ਮਹਾਰਾਜ ਕਹਿਣ ਲੱਗੇ ਸਾਰਾ ਕੁਝ ਤੁਹਾਨੂੰ ਤਾਂ ਦਿੱਤਾ, ਤੁਹਾਡੇ ਵਿੱਚ ਪ੍ਰੇਮਾ ਭਗਤੀ ਬੜੀ ਹੈ। ਤੁਹਾਡੀ ਪ੍ਰੇਮਾ ਭਗਤੀ ਜਿਹੜੀ ਹੈ ਨਾ, ਉਹ ਵੇਖ ਕੇ ਅਸੀਂ ਸਾਰਾ ਕੁਝ ਤੁਹਾਨੂੰ ਦੇ ਦਿੱਤਾ। ਮਹਾਰਾਜ ਕਹਿਣ ਲੱਗੇ ਵੇਖ ਲਓ ਪ੍ਰੇਮਾ ਭਗਤੀ ਬੜੀ ਵੱਡੀ ਚੀਜ਼ ਹੈ। ਤੇ ਹੁਣ ਹਿਰਦੇ ਪਿਆਰ ਤੋਂ ਖਾਲੀ ਪਏ ਜੀ। ਕੋਈ ਵਿਰਲਾ ਵਿਰਲਾ ਹਰਿਆ ਬੂਟਾ 'ਚ, ਨਹੀਂ ਤੇ ਸਭ ਵਿਖਾਵਾ ਬਣ ਗਿਆ ਜੀ। ਹਾਂਜੀ। ਪੈਸੇ ਪੰਜ ਨਾਲੀਅਰ ਏਕ, 5 ਪੈਸੇ ਤੇ 1 ਨਾਰੀਅਲ। ਹਾਂਜੀ। ਲੈ ਬੁੱਢੇ ਤੇ ਜਲਦ ਬਬੇਕ। ਬਾਬਾ ਬੁੱਢਾ ਜੀ ਲੈ ਆਏ, ਮਹਾਰਾਜ ਨੇ ਮੰਗਵਾਏ ਜੀ। 5 ਪੈਸੇ ਤੇ ਨਾਰੀਅਲ ਗੁਰੂ ਘਰ ਦੀ ਮਰਜ਼ਾਦਾ ਦੇ ਅਨੁਸਾਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੇ ਹੱਥ ਵਿੱਚ ਲੈ ਲਏ। ਠਾਡੇ ਭਏ ਪ੍ਰਦਰਸ਼ਨ ਦੀਨੀ, ਤੇ ਬਾਂਹ ਫੜ ਕੇ ਨਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਨੂੰ ਆਪਣੇ ਤਖਤ ਉੱਤੇ ਬਿਠਾ ਦਿੱਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਨ ਗੁਰਤਾ ਗੱਦੀ, ਜਿਸ ਦਾ ਬਹੁਤ ਸਤਿਕਾਰ ਹੈ, ਜਿਹਦੇ ਆਲੇ ਦੁਆਲੇ ਸਭ ਕੁਝ ਖਲੋਤਾ, ਹੱਥ ਜੋੜ ਕੇ ਉਸ ਤਖਤ ਉੱਤੇ ਬਿਠਾ ਦਿੱਤਾ ਜੀ। ਦ੍ਰਿਸ਼ ਵੇਖਿਓ, ਬਜ਼ੁਰਗ ਨੂੰ ਬਿਠਾਇਆ ਤਖਤ ਤੇ ਆਪ ਜਵਾਨੀ 'ਚ ਹੀ ਸਰੀਰ ਤਿਆਗ ਦੇਣ ਲੱਗੇ ਜੀ। ਤਖਤ ਤੇ ਬਿਠਾ ਦਿੱਤਾ ਤੇ ਠਾਂਡੇ ਭਏ ਪ੍ਰਦਰਸ਼ਨ ਦੀਨੀ, ਖੜੇ ਹੋ ਗਏ ਤੇ ਬਾਬਾ ਅਮਰਦਾਸ ਜੀ ਦੇ ਆਲੇ ਦੁਆਲੇ ਨਾ ਪਲੰਗੇ ਦੇ ਪਰਕਰਮਾ ਕੀਤੀਆਂ ਮਹਾਰਾਜ ਨੇ। ਪਰਕਰਮਾ ਜ਼ਰੂਰ ਕਰਿਆ ਕਰੋ ਗੁਰੂ ਸਾਹਿਬ ਦੀ। ਸਿੱਖਾਂ ਵਿੱਚ ਟ੍ਰੈਂਡ ਘਟਦਾ ਜਾ ਰਿਹਾ। ਕਈ ਗੁਰਦੁਆਰੇ ਵਾਲਿਆਂ ਨੇ ਤੇ ਪ੍ਰਬੰਧ ਹੀ ਇਹੋ ਜਿਹੇ ਕਰ ਲਏ ਵੀ ਪਰਕਰਮਾ ਨਾ ਹੋ ਸਕੇ ਮਹਾਰਾਜ ਦੀ। ਪਰਕਰਮਾ ਆਪ ਤੋਂ ਵੱਡੇ ਦੀ ਕਰੀਦੀ ਜੀ। ਹਾਂਜੀ। ਸ਼੍ਰੀ ਗੁਰ ਘਰ ਕੀ ਰੀਤ ਸੋ ਕੀਨੀ, ਜੋ ਗੁਰੂ ਘਰ ਦੀ ਮਰਜ਼ਾਦਾ ਸੀ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਨਾ ਜੀ, ਉਵੇਂ ਹੀ ਗੁਰੂ ਅੰਗਦ ਦੇਵ ਮਹਾਰਾਜ ਨੇ ਕੀਤਾ ਸਾਰਾ ਕੁਝ। ਹਾਂਜੀ। ਪੈਸੇ ਪੰਜ ਅਗਾਰੀ ਧਰੇ, ਵਾਹਿਗੁਰੂ ਪਹਿਲਾਂ ਕੀਤੀ ਪਰਕਰਮਾ। ਪਰਕਰਮਾ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਅੱਗੇ ਗੁਰੂ ਅੰਗਦ ਦੇਵ ਜੀ ਨੇ 5 ਪੈਸੇ ਤੇ ਨਾਰੀਅਲ ਰੱਖ ਦਿੱਤਾ ਜੀ। ਹਾਂਜੀ। ਝੋਲੀ ਮਹਿ ਨਲੇਰ ਧਰ ਖਰੇ, ਬਸ ਸਾਧ ਸੰਗਤ ਜੀ, ਉਹ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਅੱਗੇ ਰੱਖਤਾ ਜੀ। ਹਾਂਜੀ। ਕਰ ਬੰਧਨ ਸਿੰਘਾਸਨ ਦੀਨਾ, ਹਾਂਜੀ। ਸਭ ਸੋ ਬਾਕ ਉਚਾਰਨ ਕੀਨਾ। ਇਸ ਤਰੀਕੇ ਨਾਲ ਨਮਸਕਾਰ ਕਰਕੇ ਆਪਣਾ ਸਿੰਘਾਸਨ ਦੇ ਦਿੱਤਾ ਤੇ ਬਾਬਾ ਬੁੱਢਾ ਜੀ ਦੇ ਕੋਲੋਂ ਤਿਲਕ ਲਵਾਇਆ ਜੀ। ਬਾਬਾ ਜੀ ਨੇ ਤਿਲਕ ਲਾ ਦਿੱਤਾ ਤੇ ਸਾਧ ਸੰਗਤ ਜੀ ਸਭ ਸੋਂ ਬਾਕ ਉਚਾਰਨ ਕੀਨਾ। ਫਿਰ ਮਹਾਰਾਜ ਸਾਰੀ ਸੰਗਤ ਨੂੰ ਕਹਿਣ ਲੱਗੇ, ਮੇਰੋ ਸਿੱਖ ਪੁੱਤਰ ਕੈ ਦਾਸ। ਧੰਨ ਗੁਰੂ ਅੰਗਦ ਦੇਵ ਸਾਹਿਬ ਕਹਿਣ ਲੱਗੇ ਵੀ ਭਾਵੇਂ ਮੇਰਾ ਸਿੱਖ ਹੋਵੇ ਜਾਂ ਮੇਰੇ ਰਾਹੀਂ ਜੰਮਿਆ ਮੇਰਾ ਪੁੱਤਰ ਹੋਵੇ। ਮਹਾਰਾਜ ਕਹਿਣ ਲੱਗੇ। ਹਾਂਜੀ। ਅੰਤ ਸਮੇਂ ਜੋ ਚਾਹ ਮਮ ਪਾਸ, ਅੰਤਮ ਸਮੇਂ ਜੇ ਉਹ ਆਪਣੀ ਮੁਕਤੀ ਚਾਹੁੰਦਾ, ਜੇ ਉਹ ਸਾਡੇ ਕੋਲ ਆਉਣਾ ਚਾਹੁੰਦਾ, ਹਾਂਜੀ, ਸੋ ਸਭ ਉਠੋ ਬੰਦਨਾ ਠਾਨੋ। ਉਹ ਤੇ ਭਾਈ ਉਠੋ ਤੇ ਇਹਨਾਂ ਨੂੰ ਮੱਥਾ ਟੇਕੋ। ਕਹਿਣ ਲੱਗੇ ਮੱਥਾ ਟੇਕੋ, ਭਾਵੇਂ ਮੇਰਾ ਪੁੱਤ ਹੈ ਤੇ ਭਾਵੇਂ ਮੇਰਾ ਸਿੱਖ ਹੈ, ਉਠੋ ਤੇ ਸਾਰੇ ਮੱਥਾ ਟੇਕੋ। ਆਪਾਂ ਸੁਰਤੀ 'ਚ ਹੀ ਟੇਕੀਏ ਸਾਰੇ। ਮਹਾਰਾਜ ਗੁਰੂ ਅਮਰਦਾਸ ਸਾਹਿਬ ਤਖਤ ਤੇ ਬੈਠੇ ਆ, ਲਾਗੇ ਖਲੋਤੇ ਗੁਰੂ ਅੰਗਦ ਦੇਵ ਸਾਹਿਬ ਤੇ ਮੱਥਾ ਟੇਕੋ। ਆਖੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਹਾਂਜੀ। ਨਹੀਂ ਅਪਰ ਬਿਦ ਮਨ ਮਹਿ ਆਨੋ। ਹੋਰ ਕੋਈ ਵਿਚਾਰ ਨਹੀਂ ਕਰਨੀ ਮਨ ਵਿੱਚ, ਮੱਥਾ ਟੇਕਣ ਲੱਗਿਆ। ਹਾਂਜੀ। ਸੁਨ ਕਰ ਬੁੱਢਾ ਸਭਨ ਅਗਾਰੀ। ਤੇ ਸਾਰਿਆਂ ਤੋਂ ਪਹਿਲਾਂ ਧੰਨ ਧੰਨ ਬਾਬਾ ਜੀ, ਬਾਬਾ ਬੁੱਢਾ ਸਾਹਿਬ ਜੀ ਅੱਗੇ ਆਏ ਜੀ। ਹਾਂਜੀ। ਖਰੋ ਹੋਏ ਪੱਗ ਬੰਧਨ ਧਾਰੀ। ਤੇ ਬਾਬਾ ਜੀ ਨੇ ਪਹਿਲਾਂ ਖੜੇ ਹੋਏ ਬਾਬਾ ਜੀ, ਫਿਰ ਹੱਥ ਜੋੜੇ ਤੇ ਫਿਰ ਮੱਥਾ ਲਾ ਕੇ ਮੱਥਾ ਟੇਕਿਆ ਜੀ। ਸਭ ਤੋਂ ਪਹਿਲਾਂ
ਬਾਬਾ ਅਮਰਦਾਸ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਾਬਾ ਬੁੱਢਾ ਜੀ ਨੇ ਮੱਥਾ ਟੇਕਿਆ ਜੀ। ਹਾਂਜੀ, ਤਿਸ ਪੀਛੇ ਸਿੱਖ ਸੰਗਤ ਸਾਰੇ। ਹੁਣ ਸਾਡੀ ਵਾਰੀ ਆ ਗਈ, ਕਰੋ ਮੱਥਾ ਫਿਰ ਟੇਕੋ, ਆਖੋ ਧੰਨ ਗੁਰੂ ਅੰਗਦ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਪਿੱਛੋਂ ਫਿਰ ਸਾਰੀ ਸੰਗਤ ਨੇ ਨਮਸਕਾਰ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। ਕਰੀ ਨਮਹਿ ਸ਼੍ਰੀ ਅਮਰ ਅਗਾਰੇ। ਸਾਰਿਆਂ ਨੇ ਨਮਸਕਾਰ ਕੀਤੀ ਬਾਬਾ ਅਮਰਦਾਸ ਜੀ ਦੇ ਅੱਗੇ। ਹਾਂਜੀ, ਸ਼੍ਰੀ ਅੰਗਦ ਨਿਜ ਸੁਤ ਦਿਸ ਦੇਖਾ। ਭਾਵ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਬੈਠੇ। ਪਹਿਲਾਂ ਤੇ ਨਾਲ ਸ਼ਬਦ ਚੱਲਦਾ ਸੀ ਬਾਬਾ, ਹੁਣ ਨਾਲ ਸ਼ਬਦ ਆ ਗਿਆ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਵੇਖ ਲੋ ਕਿੰਨੀ ਵੱਡੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਜੀ। ਆਪ ਨਾਰਾਇਣ, ਆਪ ਪਰਮੇਸ਼ਰ ਧੰਨ ਗੁਰੂ ਨਾਨਕ ਦੇਵ ਸਾਹਿਬ ਉਹਨਾਂ ਦੀ ਗੱਦੀ ਤੇ ਬੈਠੇ ਜੀ। ਫਿਰ ਹਾਂਜੀ, ਉਠਿਓ ਨਾ ਮਨ ਮਹਿ ਗਰਭ ਬਿਸੇਖਾ। ਤੇ ਸ਼੍ਰੀ ਅੰਗਦ ਨਿਜ ਸੁਤ ਦਿਸ਼ ਦੇਖਾ। ਜਦੋਂ ਮਹਾਰਾਜ ਨੇ ਆਪਣੇ ਪੁੱਤਰ ਵੱਲ ਵੇਖਿਆ ਨਾ ਜੀ, ਤੇ ਪੁੱਤਰ ਚੌਂਕੜੀ ਮਾਰ ਕੇ ਮਾਣ ਨਾਲ ਭਰਿਆ ਹੋਇਆ ਬੈਠਾ ਸੀਗਾ ਜੀ। ਹਾਂਜੀ, ਉਠਿਓ ਨਾ ਮਨ ਮਹਿ ਗਰਭ ਬਿਸੇਖਾ। ਕਿਉਂ ਮਾਣ ਸੀਗਾ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵੱਡਾ ਪੁੱਤਰ ਉੱਠਿਆ ਹੀ ਨਹੀਂ ਜੀ। ਹਾਂਜੀ, ਦਾਸੂ ਸਾਥ ਭੰਨਿਓ ਗੁਰਨਾਥ। ਵੱਡੇ ਪੁੱਤਰ ਦਾ ਨਾਮ ਸੀ ਭਾਈ ਦਾਸੂ ਜੀ। ਤੇ ਮਹਾਰਾਜ ਨੇ ਵੇਖਿਆ ਵੀ ਦਾਸੂ ਉੱਠਿਆ ਨਹੀਂ ਹੈ। ਮਹਾਰਾਜ ਨਾ ਭਾਈ ਦਾਸੂ ਜੀ ਨੂੰ ਕਹਿਣ ਲੱਗੇ, ਹਾਂਜੀ, ਉਠ ਤੁਮ ਭੀ ਟੇਕੋ ਨਿਜ ਮਾਥ। ਮਹਾਰਾਜ ਕਹਿੰਦੇ ਦਾਸੂ ਉਠੋ, ਤੁਸੀਂ ਵੀ ਮੱਥਾ ਟੇਕੋ। ਹਾਂਜੀ, ਸੁਨੋ ਪਿਤਾ ਇਹੋ ਦਾਸ ਹਮਾਰਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕਹਿੰਦੇ ਪਿਤਾ ਜੀ ਸੁਣ ਲਓ, ਇਹ ਸਾਡਾ ਦਾਸ ਹੈਗਾ ਹੈ। ਕਿਉਂਕਿ ਬਾਬਾ ਅਮਰਦਾਸ ਜੀ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸੇਵਾ ਜੂ ਕਰਦੇ ਹੈਗੇ ਜੀ। ਕਹਿੰਦੇ ਇਹ ਤਾਂ ਸੇਵਕ ਹੈਗਾ ਸਾਡਾ। ਹਾਂਜੀ, ਇਕ ਤਉ ਲੀਨਸ ਮਮ ਅਧਿਕਾਰਾ। ਇਹ ਥਾਂ ਤੇ ਸਾਡੀ ਸੀਗੀ, ਇਸ ਗੱਦੀ ਤੇ ਅਸੀਂ ਬਹਿਣਾ ਸੀ। ਇੱਕ ਤੇ ਇਹਨਾਂ ਨੇ ਸਾਡਾ ਅਧਿਕਾਰ ਲੈ ਲਿਆ। ਹਾਂਜੀ, ਦੁਤੀਏ ਉਠ ਕਰ ਸੀਸ ਨਿਵਾਵੈ। ਤੇ ਦੂਜਾ ਅਸੀਂ ਸਿਰ ਨਵਾਈਏ। ਹਾਂਜੀ, ਇਹ ਤਉ ਹਮ ਤੇ ਨਹਿ ਬਨ ਆਵੈ। ਇਹ ਤੇ ਅਸੀਂ ਨਹੀਂ ਕਰ ਸਕਦੇ, ਅਸੀਂ ਨਹੀਂ ਕਰ ਸਕਦੇ। ਭਾਵੇਂ ਬਾਬਾ ਦਾਸੂ ਜੀ ਨੇ ਉਦੋਂ ਨਹੀਂ ਨਾ ਜੀ ਮੱਥਾ ਟੇਕਿਆ, ਪਰ ਮੁੜ ਕੇ ਬਾਬਾ ਦਾਸੂ ਜੀ ਨੂੰ ਮੱਥਾ ਟੇਕਣਾ ਹੀ ਪਿਆ ਜੀ। ਬਾਬਾ ਦਾਸੂ ਜੀ ਦਾ ਜਿਹੜਾ ਮੁਖ ਸੀਗਾ ਨਾ, ਦਾਸ ਨੇ ਗੁਰਮੁਖਾਂ ਪਾਸੋਂ ਸਰਵਣ ਕੀਤਾ, ਉਹ ਮੁਖ ਜਿਹੜਾ ਇਸ ਪਾਸੇ ਜਾ ਲੱਗ ਗਿਆ ਸੀ, ਟੇਢਾ ਹੋ ਗਿਆ ਸੀਗਾ। ਵੱਖਰੀ ਗੱਦੀ ਲਾਉਣ ਲੱਗ ਪਏ ਸੀਗੇ। ਤੇ ਫਿਰ ਮਾਤਾ ਖੀਵੀ ਜੀ ਨੇ ਨਾਲ ਲਿਆ, ਗੋਇੰਦਵਾਲ ਸਾਹਿਬ ਲੈ ਕੇ ਗਏ। ਜਦੋਂ ਮੱਥਾ ਟੇਕਿਆ ਉਦੋਂ ਠੀਕ ਹੋਏ ਸੀਗੇ ਬਾਅਦ ਚੋਂ ਜੀ। ਕੋਈ ਕਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ। ਹਾਂਜੀ, ਨਿਜ ਸਥਾਨ ਪਰ ਇਹ ਟਿਕਾਏ। ਕਹਿਣ ਲੱਗੇ ਪਿਤਾ ਜੀ ਇਹਨਾਂ ਨੂੰ ਤੁਸੀਂ ਆਪਣੀ ਥਾਂ ਬਖਸ਼ਿਸ਼ ਕਰ ਦਿੱਤੀ। ਹਾਂਜੀ, ਹਮ ਕੋ ਛੂਛੇ ਰਾਖ ਸਿਧਾਏ। ਤੇ ਅਸੀਂ ਤੇ ਖਾਲੀ ਹੋ ਗਏ ਨਾ, ਸਾਨੂੰ ਕੀ ਮਿਲਿਆ। ਕਹਿਣ ਲੱਗੇ ਹਾਂਜੀ, ਤੁਮ ਸੋ ਕਿਆ ਬਸ ਚਲਹਿ ਹਮਾਰੋ। ਹੁਣ ਤੁਹਾਨੂੰ ਅਸੀਂ ਕੀ ਕਹਿ ਸਕਦੇ ਹਾਂ, ਤੁਸੀਂ ਸਾਡੇ ਪਿਤਾ ਹੋ, ਵੱਡੇ ਹੋ। ਹਾਂਜੀ, ਕੀਓ ਪੰਥ ਸਭ ਜਗ ਤੇ ਨਿਆਰੋ। ਪਰ ਇਹ ਪੰਥ ਹੀ ਕਹਿੰਦੇ ਨਿਰਾਲਾ ਚੱਲਿਆ, ਸਿੱਖੀ ਪੰਥ। ਹਾਂਜੀ, ਜਿਮ ਤੁਮ ਦਾਸ ਹੋਏ ਕਰ ਪਾਈ। ਜਿਵੇਂ ਤੁਸੀਂ ਸੇਵਕ ਸੀਗੇ ਗੁਰੂ ਨਾਨਕ ਸਾਹਿਬ ਜੀ ਦੇ, ਤੇ ਗੁਰੂ ਨਾਨਕ ਸਾਹਿਬ ਜੀ ਨੇ ਤੁਹਾਨੂੰ ਬਖਸ਼ਿਸ਼ ਦਿੱਤੀ। ਹਾਂਜੀ, ਤਿਮ ਅਬ ਦਈ ਦਾਸ ਵਡਿਆਈ। ਉਵੇਂ ਤੁਸੀਂ ਗਾਂ ਮੱਥਾ ਟੇਕ ਦਿੱਤਾ ਸੇਵਕ ਨੂੰ। ਹਾਂਜੀ, ਸੁਨ ਦਾਸੂ ਤੇ ਦਾਤੂ ਸਾਥ। ਆਗਿਆ ਕਹਿ ਗੁਰ ਟੇਕੋ ਮਾਥ। ਭਾਈ ਦਾਸੂ ਜੀ ਨੇ ਮੱਥਾ ਨਹੀਂ ਟੇਕਿਆ ਜੀ ਸਾਰੀ ਸੰਗਤ 'ਚ। ਤੇ ਫਿਰ ਮਹਾਰਾਜ ਨੇ ਭਾਈ ਦਾਤੂ ਜੀ ਨੂੰ ਆਖਿਆ ਜੀ, ਛੋਟੇ ਪੁੱਤਰ ਨੇ ਮਹਾਰਾਜ ਦੇ। ਮਹਾਰਾਜ ਕਹਿੰਦੇ ਉਠੋ ਤੁਸੀਂ ਮੱਥਾ ਟੇਕੋ। ਹਾਂਜੀ, ਤਿਨ ਭੀ ਨਹਿ ਮਾਨੀ ਥਿਤ ਰਹਿਓ। ਪਰ ਬਾਬਾ ਦਾਤੂ ਜੀ ਤੇ ਹੋਰ ਗੁੱਸੇ ਵਾਲੇ ਸੀਗੇ ਜੀ, ਉਹਨਾਂ ਨੇ ਵੀ ਨਹੀਂ ਮੰਨੀ ਜੀ ਗੱਲ ਜੀ। ਹਾਂਜੀ, ਨਿਜ ਵਡਿਆਈ ਕੋ ਬਚ ਕਹਿਓ। ਆਪਣੀ ਵਡਿਆਈ ਵਾਲੀਆਂ ਗੱਲਾਂ ਕਹੀਆਂ ਵੀ ਇਹ ਤੇ ਗੱਦੀ ਸਾਨੂੰ ਮਿਲਣੀ ਚਾਹੀਦੀ। ਗੱਦੀ ਵੱਲ ਤੇ ਭੱਜ ਭੱਜ ਪੈਂਦੇ ਜੀ ਸਾਰੇ ਜੀ, ਪਰ ਨਾ ਕੋਈ ਸੇਵਾ ਦਾ ਸੁਭਾਅ ਤੇ ਨਾ ਸਿਮਰਨ ਦਾ ਸੁਭਾਅ ਜੀ। ਮੈਂ ਬਾਕੀਆਂ ਦੀ ਗੱਲ ਕਰਨਿਆ ਜੀ।
ਵੇਖੋ ਜਦੋਂ ਗੋਇੰਦਵਾਲ ਸਾਹਿਬ ਵਸਾਉਣਾ ਤੇ ਮਹਾਰਾਜ ਦੇ ਦੋਵੇਂ ਪੁੱਤਰਾਂ ਨੇ ਨਾ ਕਰ ਦਿੱਤੀ ਸੀਗੀ। ਹਾਂਜੀ, ਸ਼੍ਰੀ ਅੰਗਦ ਤੂਸ਼ਣ ਮੁਖ ਧਾਰੀ, ਮਹਾਰਾਜ ਚੁੱਪ ਰਹੇ, ਸ਼ਾਂਤ ਰਹੇ ਜੀ। ਹਾਂਜੀ, ਭਲੀ ਬੁਰੀ ਸੁਤ ਸੋ ਨਾ ਉਚਾਰੀ, ਨਾ ਮਹਾਰਾਜ ਨੇ ਭਲੀ ਗੱਲ ਕਹੀ ਤੇ ਨਾ ਬੁਰੀ ਗੱਲ ਕਹੀ ਜੀ। ਕਿਉਂ? ਮਹਾਰਾਜ ਨੂੰ ਪਤਾ ਸੀ ਸਮੇਂ ਨਾਲ ਝੁਕਣਗੇ, ਹੁਣ ਨਹੀਂ ਨਾ ਝੁਕ ਰਹੇ, ਸਮੇਂ ਨਾਲ ਝੁਕਣਾ ਪੈ ਜਾਣਾ। ਵੇਖ ਲਓ ਬਖਸ਼ਿਸ਼ ਬੜੀ ਵੱਡੀ, ਝੁਕਣਾ ਪਏਗਾ ਜੀ। ਹਾਂਜੀ, ਪੁਨ ਸੰਗਤ ਮਹਿ ਕਹਿਓ ਸੁਨਾਈ, ਫਿਰ ਮਹਾਰਾਜ ਸਾਰੀ ਸੰਗਤ ਨੂੰ ਕਹਿਣ ਲੱਗੇ, ਮਮ ਸਰੂਪ ਅਬ ਇਹ ਸੁਹਾਈ। ਮਹਾਰਾਜ ਕਹਿੰਦੇ ਅੱਜ ਤੋਂ ਇਹ ਮੇਰਾ ਸਰੂਪ ਨੇ, ਇਹਨਾਂ ਨੂੰ ਮੇਰਾ ਰੂਪ ਜਾਣਨਾ। ਹਾਂਜੀ, ਮੋਹ ਮਹਿ ਇਸ ਮਹਿ ਭੇਦ ਨਾ ਜਾਣੋ, ਹਾਂਜੀ। ਏਕ ਸਰੂਪ ਦੋਹਨ ਕੋ ਮਾਨੋ। ਉਸ ਬੰਦੇ ਦੀ ਕਲਿਆਣ ਨਹੀਂ ਹੋਏਗੀ ਜਿਹੜਾ ਇਹਨਾਂ ਵਿੱਚ ਤੇ ਸਾਡੇ ਵਿੱਚ ਫਰਕ ਸਮਝੇਗਾ। ਹੁਣ ਫਰਕ ਨਹੀਂ ਰਹਿ ਗਿਆ, ਤੇ ਮੋਹ ਸਾਡੇ ਵਿੱਚ ਤੇ ਇਹਨਾਂ 'ਚ ਕੋਈ ਫਰਕ ਨਹੀਂ ਸਮਝਣਾ। ਹਾਂਜੀ, ਪੁਨ ਸ਼੍ਰੀ ਸਤਿਗੁਰ ਆਗਿਆ ਕਰੀ, ਭੋਜਨ ਤਿਆਰ ਹੋਏ ਇਸ ਘਰੀ। ਮਹਾਰਾਜ ਨੇ ਫਿਰ ਨਾ ਜੀ ਬਾਬਾ ਅਮਰਦਾਸ ਜੀ ਨੂੰ ਹੁਕਮ ਕੀਤਾ ਜੀ, ਆਗਿਆ ਕੀਤੀ ਜੀ। ਹਾਂਜੀ, ਸਭ ਸੰਗਤ ਕੋ ਦੇਹੋ ਆਹਾਰਾ, ਸਭ ਮਿਲ ਕਰੋ ਆਨੰਦ ਉਦਾਰਾ। ਮਹਾਰਾਜ ਕਹਿਣ ਲੱਗੇ ਗੁਰੂ ਅਮਰਦਾਸ ਜੀ ਨੂੰ, ਕਹਿੰਦੇ ਹੁਣ ਤੁਸੀਂ ਉਠੋ ਤੇ ਸਾਰੀਆਂ ਸੰਗਤਾਂ ਨੂੰ ਲੰਗਰ ਵਰਤਾਓ। ਮਹਾਰਾਜ ਕਹਿਣ ਲੱਗੇ ਲੰਗਰ ਦੀ ਸੇਵਾ ਕਰੋ ਜਾ ਕੇ। ਹਾਂਜੀ, ਤਬ ਸ਼੍ਰੀ ਅਮਰ ਉਠਿਓ ਹਿਤ ਧਾਰ, ਤੇ ਉਸ ਸਮੇਂ ਬਾਬਾ ਜੀ, ਬਾਬਾ ਅਮਰਦਾਸ ਜੀ ਭਾਵ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਬੜੇ ਪਿਆਰ ਨਾਲ ਉੱਠੇ। ਹਾਂਜੀ, ਕੀਨ ਸਜਾਏ ਆਹਾਰ ਸੋ ਤਿਆਰ, ਤੇ ਬੜੇ ਪ੍ਰੇਮ ਨਾਲ ਨਾ ਜੀ ਸੰਗਤਾਂ ਨੂੰ ਭੋਜਨ ਤਿਆਰ ਕਰਕੇ ਛਕਵਾ ਰਹੇ ਹੈ। ਹਾਂਜੀ, ਸਤਿਗੁਰ ਆਪ ਜਾਏ ਕਰ ਖਾਇਬ, ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਆਪ ਵੀ ਉਸ ਦਿਨ ਸੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ। ਹਾਂਜੀ, ਪੁਨ ਸਭ ਸੰਗਤ ਮਹਿ ਵਰਤਾਇਬ, ਸਾਰੀਆਂ ਸੰਗਤਾਂ ਵਿੱਚ ਖੁੱਲਾ ਪ੍ਰਸ਼ਾਦਾ ਵਰਤਿਆ ਜੀ। ਹਾਂਜੀ, ਆਪਨ ਸਿੰਘਾਸਨ ਪਰ ਗੁਰ ਗਏ, ਮਹਾਰਾਜ ਫਿਰ ਨਾ ਜੀ ਆਪਣੇ ਅੰਦਰ ਸਿੰਘਾਸਨ ਤੇ ਸੱਜ ਗਏ ਗੁਰੂ ਅੰਗਦ ਦੇਵ ਸਾਹਿਬ। ਹਾਂਜੀ, ਆਤ ਆਨੰਦ ਜੁਤ ਸੋਭਤ ਭਏ, ਮਹਾਰਾਜ ਬੜੇ ਆਨੰਦ ਵਿੱਚ ਨੇ ਗੁਰੂ ਅੰਗਦ ਦੇਵ ਸਾਹਿਬ ਜੀ। ਹਾਂਜੀ, ਮਿਲਹਿ ਪਰਸ ਪਰ ਸਿੱਖ ਸਮੁਦਾਏ, ਸਾਰੀਆਂ ਸੰਗਤਾਂ ਆ ਕੇ ਮਿਲ ਰਹੀਆਂ ਮਹਾਰਾਜ ਨੂੰ। ਕਿਉਂ? ਹੁਣ ਸਰੀਰ ਜੀ ਉਤਾਗਣਾ ਮਹਾਰਾਜ ਨੇ। ਹਾਂਜੀ, ਪੂਰਾ ਬਲੀ ਕਹਿ ਬਾਤ ਸੁਨਾਏ, ਕਈ ਸਿੱਖ ਪਹਿਲੀਆਂ ਗੱਲਾਂ ਕਰ ਦੱਸਣ ਵੀ ਗੁਰੂ ਨਾਨਕ ਦੇਵ ਜੀ ਦਾ ਸਰੀਰ ਨਹੀਂ ਹੀ ਮਿਲਿਆ, ਮਹਾਰਾਜ ਸਰੀਰ ਦੇ ਸਮੇਤ ਹੀ ਸੱਚਖੰਡ ਗਏ ਸਨ। ਹਾਂਜੀ, ਸ਼੍ਰੀ ਨਾਨਕ ਨਿਜ ਦੇਹ ਸਮੇਤ, ਕੀਨ ਗਮਨ ਬੈਕੁੰਠ ਨਕੇਤ। ਵੀ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਰੀਰ ਨਹੀਂ ਹੀ ਰੱਖਿਆ, ਸਰੀਰ ਦੇ ਸਮੇਤ ਹੀ ਚਲੇ ਗਏ ਸਨ ਮਹਾਰਾਜ। ਹਾਂਜੀ, ਭਗਤ ਕਬੀਰ ਆਦ ਜੇ ਭਏ, ਫਿਰ ਭਗਤ ਕਬੀਰ ਜੀ ਤੇ ਹੋਰ ਬੜੇ ਬੜੇ ਰੱਬ ਦੇ ਪਿਆਰੇ ਸਰੀਰ ਸਮੇਤ ਹੀ ਸੱਚਖੰਡ ਨੂੰ ਚਲੇ ਗਏ। ਹਾਂਜੀ, ਬਹੁਤ ਸਰੀਰ ਸਮੇਤ ਸੋ ਗਏ, ਹਾਂਜੀ। ਏਮ ਵਿਚਾਰ ਸਿੱਖਨ ਮੈਂ ਹੋਈ। ਤੇ ਪਤਾ ਲੋਕ ਕੀ ਕਹਿੰਦੇ ਆ, ਕਹਿੰਦੇ ਪਤਾ ਨਹੀਂ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕਿਵੇਂ ਸਰੀਰ ਛੱਡਣਾ। ਗੱਜ ਕੇ ਆਖੋ ਵਾਹਿਗੁਰੂ। ਕਈ ਕਹਿੰਦੇ ਜੀ ਉਹ ਤੇ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਸੀਗੀ, ਜਿਹੜੇ ਸ਼ੰਕਾਲੂ ਸਨ, ਸ਼ੰਕਾ ਵਾਲੇ ਸਨ ਨਾ, ਉਹ ਕਹਿੰਦੇ ਉਹ ਤੇ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਗੁਰੂ ਨਾਨਕ ਸਾਹਿਬ ਨਾਲ ਹੀ ਸੀਗੀਆਂ, ਹੁਣ ਨਹੀਂ ਇਹ ਸਰੀਰ ਸਮੇਤ ਜਾ ਸਕਦੇ। ਸ਼ੰਕਾ ਆ ਗਈ ਨਾ ਸਿੱਖਾਂ ਕਈਆਂ ਦੇ ਮਨ 'ਚ। ਹਾਂਜੀ, ਸ਼੍ਰੀ ਅੰਗਦ ਜਾਨੀ ਮਨ ਸੋਈ, ਉਹ ਮਹਾਰਾਜ ਗੁਰੂ ਅੰਗਦ ਸਾਹਿਬ ਜਾਣ ਗਏ ਜੀ ਸੱਚੇ ਪਾਤਸ਼ਾਹ। ਕੁਝ ਪ੍ਰੇਮੀ ਜਿਹੜੇ ਆ ਉਹਨਾਂ ਦਾ ਮਨ ਸ਼ੰਕਾਲੂ ਹੋ ਗਿਆ। ਹਾਂਜੀ, ਹਿਰਦੇ ਵਿਚਾਰ ਹੈ ਸ਼ੰਕਾ ਇਨਕੇ, ਮਹਾਰਾਜ ਵਿਚਾਰ ਕਰਦੇ ਵੀ ਇਹਨਾਂ ਦੇ ਮਨ ਵਿੱਚ ਤੇ ਸ਼ੰਕਾ ਵੜ ਗਈ। ਸ਼ੰਕਾ ਕਿੰਤੂ ਪਰੰਤੂ, ਤੇ ਚੇਤਾ ਰੱਖਿਓ ਸਭ ਤੋਂ ਵੱਧ ਬੰਦੇ ਦਾ ਨੁਕਸਾਨ ਧਾਰਮਿਕ ਦੁਨੀਆ ਵਿੱਚ ਕਿੰਤੂ ਪਰੰਤੂ ਕਰਦੀ ਜੀ। ਜਦੋਂ ਬੰਦਾ ਕਿੰਤੂ ਪਰੰਤੂ ਕਰਨ ਲੱਗ ਪੈਂਦਾ ਨਾ, ਫਿਰ ਬੜਾ ਨੁਕਸਾਨ ਹੁੰਦਾ, ਫਿਰ ਨਹੀਂ ਭਜਨ ਪਾਠ ਹੋ ਸਕਦਾ ਉਹਦੇ ਕੋਲੋਂ। ਹਾਂਜੀ, ਨੀਕੇ ਨਹਿ ਬਵੇਕ ਮਨ ਜਿਨਕੇ, ਉਹ ਕੌਣ ਸਨ ਜਿਨ੍ਹਾਂ ਦੇ ਮਨ 'ਚ ਗੁਰੂ ਪ੍ਰਤੀ ਸ਼ਰਧਾ ਘੱਟ ਸੀਗੀ ਜੀ। ਘੱਟ ਸ਼ਰਧਾ ਵਾਲੇ ਕਿੰਤੂ ਕਰਦੇ, ਜਿਨ੍ਹਾਂ ਦਾ ਹਿਰਦਾ ਸ਼ਰਧਾ ਨਾਲ ਭਰਿਆ ਉਹ ਨਹੀਂ ਕਿੰਤੂ ਕਰਦੇ ਜੀ। ਹਾਂਜੀ, ਦੇਹ ਸਨੇਹ ਨਾ ਸੰਤਨ ਮਾਹੀ,
ਇਮ ਸ਼ੂਸ਼ਮ ਗਤ ਜਨ ਹੈ ਨਾਹੀ। ਮਹਾਰਾਜ ਕਹਿੰਦੇ ਇਹ ਸੋਚਣ ਦੇ ਵੀ ਇਹ ਸਰੀਰ ਸਮੇਤ ਜਾਣਗੇ ਨਹੀਂ ਜਾਣਗੇ, ਜਾਂ ਤਾਕਤ ਨਹੀਂ ਹੈਗੀ ਇਹਨਾਂ ਵਿੱਚ। ਮਹਾਰਾਜ ਕਹਿੰਦੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਰੱਬ ਦੇ ਪਿਆਰਿਆਂ ਦਾ ਤੇ ਸਰੀਰ ਨਾਲ ਪਿਆਰ ਹੀ ਨਹੀਂ ਹੁੰਦਾ ਜੀ। ਉਹਨਾਂ ਇਸ ਮਿੱਟੀ ਨੂੰ ਕੋਲ ਰੱਖ ਕੇ ਕੀ ਕਰਨਾ ਸਦਾ। ਹਾਂਜੀ, ਜੇ ਇਨ ਕੀ ਮਨ ਸ਼ੰਕ ਨਾ ਜਾਏ। ਹੁਣ ਇਹਨਾਂ ਦੀ ਸ਼ੰਕਾ ਜਾਣੀ ਚਾਹੀਦੀ ਹੈ। ਹਾਂਜੀ, ਮਮ ਸੰਗਤ ਕੋ ਕਿਆ ਫਲ ਪਾਏ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਫੇਰ ਆਖੋ ਵਾਹਿਗੁਰੂ। ਵੇਖ ਲਓ ਮਹਾਰਾਜ ਕਿੰਨੇ ਦਿਆਲੂ ਹੈ ਜੀ। ਪ੍ਰੇਮ ਨਾਲ ਕਹੋ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਜੇ ਇਹਨਾਂ ਦੀ ਕਿੰਤੂ ਪਰੰਤੂ ਦੂਰ ਨਾ ਹੋਈ ਤੇ ਗੁਰੂ ਅੰਗਦ ਦੇਵ ਸਾਹਿਬ ਮਨ ਵਿੱਚ ਵਿਚਾਰ ਕਰਦੇ, ਇਹਨਾਂ ਨੂੰ ਸੰਗਤ ਕਰਨ ਦਾ ਕੀ ਫਾਇਦਾ ਹੋਏਗਾ ਜੀ। ਹੁਣ ਇਹ ਗੁਰੂ ਸਾਹਿਬ ਦਾ ਬਚਨ ਹੈ ਤੇ ਮੈਂ ਇੱਕ ਖਿੰਨ ਨਹੀਂ ਰੁਕਣ ਲੱਗਾ ਪਿਆਰਿਓ। ਜੇ ਤੇ ਗੱਲਾਂ ਸੁਣ ਕਰਨੀਆਂ ਕਿੰਤੂ ਤੇ ਫਿਰ ਤੇ ਕੋਈ ਫਾਇਦਾ ਨਹੀਂ ਹੈਗਾ ਗੁਰੂ ਸਾਹਿਬ ਦਾ ਬੋਲ 'ਚ। ਕਈ ਵੇਖੋ ਇਸ ਗ੍ਰੰਥ ਬਾਰੇ ਵੀ ਬੜਾ ਕੁਝ ਬੋਲੀ ਜਾਂਦੇ, ਉਹਨਾਂ ਦਾ ਕੰਮ ਕਿੰਤੂ ਪਰੰਤੂ ਕਰਨਾ ਜੀ। ਤੇ ਮਹਾਰਾਜ ਕਹਿਣ ਲੱਗੇ ਜੇ ਇਨਕੀ ਮਨ ਸ਼ੰਕ ਨਾ ਜਾਏ ਮਮ ਸੰਗਤ ਕੋ ਕਿਆ ਫਲ ਪਾਏ। ਜੇ ਕਿੰਤੂ ਪਰੰਤੂ 'ਚ ਫਸੇ ਰਹੇ ਤੇ ਇਹਨਾਂ ਨੂੰ ਸੰਗਤ ਕਰਨ ਦਾ ਕੀ ਫਾਇਦਾ ਮਿਲੇਗਾ, ਕੀ ਫਲ ਮਿਲੇਗਾ। ਹਾਂਜੀ, ਪੁੰਨ ਮਹਾਨ ਬ੍ਰਿਥਾ ਸਭ ਖੋਵਹਿ। ਬੜੇ ਬੜੇ ਪੁੰਨ ਨੇ ਇਹਨਾਂ ਦੇ ਤੇ ਉਹ ਵਿਅਰਥ ਹੀ ਹੋ ਜਾਣਗੇ ਸਾਰੇ। ਹਾਂਜੀ, ਆਸ ਸੰਦੇਹ ਮੈਂ ਜੇ ਮਨ ਹੋਵਹਿ। ਜੇ ਇਹਨਾਂ ਦੇ ਮਨ 'ਚ ਸ਼ੱਕ ਹੀ ਰਿਹਾ, ਕਿੰਤੂ ਹੀ ਰਹੀ ਵੀ ਨਹੀਂ ਇਹਨਾਂ ਵਿੱਚ ਉਹ ਤਾਕਤ ਨਹੀਂ ਹੈਗੀ, ਜਾਂ ਫਿਰ ਪਤਾ ਨਹੀਂ ਹੈ ਉਵੇਂ ਛੱਡਣਗੇ ਨਾ ਛੱਡਣਗੇ ਸਰੀਰ। ਹਾਂਜੀ, ਸ਼ਰਧਾ ਤਿਆਗੇ ਦੋਸ਼ ਬਿਸਾਲੇ। ਇਹ ਤੇ ਸ਼ਰਧਾ ਛੱਡ ਦਿੱਤੀ ਇਹਨਾਂ ਨੇ ਫਿਰ। ਤੇ ਜੇ ਸ਼ਰਧਾ ਛੱਡ ਦਿੱਤੀ ਨਾ ਤੇ ਫਿਰ ਬੜਾ ਵੱਡਾ ਦੋਸ਼ ਲੱਗਦਾ। ਗੱਜ ਕੇ ਆਖੋ ਵਾਹਿਗੁਰੂ। ਸ਼ਰਧਾ ਛੱਡਣ ਨਾਲ ਬੜਾ ਵੱਡਾ ਦੋਸ਼ ਮਿਲਦਾ ਬੰਦੇ ਨੂੰ। ਹਾਂਜੀ, ਔਰ ਨਿਸ਼ਚਾ ਇਨ ਕੈ ਸਭ ਹਾਲੇ। ਇਹਨਾਂ ਦੇ ਦਿਲ ਦਾ ਨਿਸ਼ਚਾ ਵੀ ਹਿੱਲ ਜਾਏਗਾ, ਭਰੋਸਾ ਹੀ ਨਹੀਂ ਟਿਕਿਆ ਰਹੇਗਾ ਤੇ ਕਿਵੇਂ ਭਾਗ ਲੱਗਣਗੇ। ਹਾਂਜੀ, ਇਮ ਸਿੱਖਨ ਪਰ ਕਰੁਣਾ ਠਾਨੀ। ਇਹ ਵਿਚਾਰ ਕਰਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸਿੱਖਾਂ ਤੇ ਮਿਹਰ ਕੀਤੀ ਜੀ। ਇੱਕ ਸਵਾਂਗ ਰਚਿਆ ਗੁਰੂ ਅੰਗਦ ਦੇਵ ਜੀ ਨੇ। ਹਾਂਜੀ, ਅਦਭੁਤ ਲੀਲਾ ਰਚੀ ਮਹਾਨੀ। ਹਾਂਜੀ, ਭਏ ਅਲੋਪ ਸਿੰਘਾਸਨ ਪਰਤੇ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਬੈਠੇ ਨਾ ਇੱਕਦਮ ਅਲੋਪ ਹੋ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਅਲੋਪ ਗਾਇਬ, ਇੱਕਦਮ ਗਾਇਬ ਹੋ ਗਏ ਮਹਾਰਾਜ। ਹਾਂਜੀ, ਹੁਤੇ ਸਮੀਪ ਨ ਕਹੂੰ ਨਿਹਰਤੇ। ਜਿਹੜਾ ਸਿੱਖ ਚੌਰ ਸਾਹਿਬ ਕਰ ਰਿਹਾ ਸੀ, ਸਿੱਖ ਸਾਹਮਣੇ ਬੈਠੇ ਸਨ, ਸਾਰਿਆਂ ਵੇਖਿਆ ਇੱਕਦਮ ਵੀ ਮਹਾਰਾਜ ਦਾ ਸਰੀਰ ਹੀ ਨਹੀਂ ਹੈਗਾ। ਕਿੱਥੇ ਚਲੇ ਗਏ ਸੱਚੇ ਪਾਤਸ਼ਾਹ। ਹਾਂਜੀ, ਦੇਖ ਚਲਿਤਰ ਬਿਸਮ ਮਤ ਰਹੀ। ਉਹ ਬੜੇ ਹੈਰਾਨ ਹੋਏ ਜੀ। ਗੱਦੀ ਤੇ ਬੈਠੇ ਮਹਾਰਾਜ ਇੱਕਦਮ ਅਲੋਪ ਹੋ ਗਏ ਆ। ਹਾਂਜੀ, ਅਦਭੁਤ ਲੀਲਾ ਜਾਤ ਨਾ ਕਹੀ। ਕਿੱਧਰ ਗਲੇ ਚਲੇ ਗਏ ਇਹ ਹੁਣ ਇੱਕ ਬੰਦਾ ਡਿਸਾਈਡ ਨਹੀਂ ਕਰ ਸਕਦਾ ਜੀ। ਕਿਹਾ ਨਹੀਂ ਜਾ ਸਕਦਾ ਸੱਚੇ ਪਾਤਸ਼ਾਹ ਕਿੱਧਰ ਚਲੇ ਗਏ। ਹਾਂਜੀ, ਚਾਹੋਂ ਦਿਸ਼ ਬੋਲ ਉਠੇ ਸਿੱਖ ਸਾਰੇ। ਚਾਰੇ ਪਾਸੇ ਨਾ ਜੀ ਸਿੱਖ ਇੰਜ ਕਹਿਣ ਲੱਗ ਪਏ ਜੀ। ਹਾਂਜੀ, ਤਨ ਜੋਤ ਗੁਰ ਬੈਕੁੰਠ ਪਧਾਰੇ। ਕਿ ਮਹਾਰਾਜ ਸਰੀਰ ਦੇ ਸਮੇਤ ਸੱਚਖੰਡ ਚਲੇ ਗਏ ਐ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਤੇ ਚਲੇ ਗਏ। ਹਾਂਜੀ, ਪਰਿਓ ਰੌਰ ਸੰਗਤ ਕੇ ਮਾਹੀ। ਸਾਰੀ ਸੰਗਤ ਵਿੱਚ ਰੌਲਾ ਪੈ ਗਿਆ ਬੜਾ ਵੱਡਾ ਜੀ। ਹਾਂਜੀ, ਸਤਿਗੁਰ ਦਰਸ਼ਨ ਪ੍ਰਾਪਤ ਨਾਹੀ। ਵੇਖੋ ਸੰਗਤਾਂ ਕਈ ਪਿਆਰ ਵਾਲੇ ਬੈਰਾਗ ਹੀ ਕਰਨ ਲੱਗ ਪਏ। ਮਹਾਰਾਜ ਨੇ ਸਾਨੂੰ ਦਰਸ਼ਨ ਨਹੀਂ ਦਿੱਤੇ ਜਾਣ ਸਮੇਂ। ਬਿਨਾਂ ਦਰਸ਼ਨ ਦਿੱਤਿਆਂ ਗੱਲ ਕੀਤਿਆਂ ਮਹਾਰਾਜ ਸੱਚਖੰਡ ਕਿਵੇਂ ਚਲੇ ਗਏ। ਹਾਂਜੀ, ਲੰਗਰ ਵਿਖੇ ਸੇਵ ਸਭ ਕੇਰੀ। ਉਹ ਲੰਗਰ ਵਿੱਚ ਜਿਹੜੇ ਸੇਵਾ ਕਰ ਰਹੇ ਸਨ ਨਾ, ਹਾਂਜੀ, ਕਰਤ ਹੁਤੇ ਸ਼੍ਰੀ ਅਮਰ ਬਡੇਰੀ। ਉਹਨਾਂ ਵਿੱਚ ਗੱਲ ਗਈ ਤੇ ਗੁਰੂ ਅਮਰਦਾਸ ਸਾਹਿਬ ਵੀ ਉੱਥੇ ਹੀ ਸੇਵਾ ਕਰਨ ਦੇ। ਹੁਣ ਮਹਾਰਾਜ ਕਿੱਥੇ ਗਏ ਗੁਰੂ ਅੰਗਦ ਦੇਵ ਜੀ। ਇਹ ਤੇ ਇੱਕੋ ਹੀ ਰੂਪ ਨੇ ਗੁਰੂ ਅਮਰਦਾਸ ਸਾਹਿਬ, ਉਹ ਜਾਣਦੇ ਜੀ, ਦੂਜਾ ਨਹੀਂ ਕੋਈ ਜਾਣਦਾ। ਹਾਂਜੀ, ਸੁਣ ਕਰ ਚੱਲ ਆਏ ਤਤਕਾਲਾ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸੁਣ ਕੇ ਉਸੇ ਸਮੇਂ ਗੱਦੀ ਸਾਹਿਬ ਦੇ ਕੋਲ ਆਏ ਜੀ।
ਹਾਂਜੀ। ਪਰਿਓ ਸਿੰਘਾਸਨਹੀਨ ਉਹਨਾਂ ਕਿਰਪਾਲਾ। ਵੇਖਿਆ ਸਤਿਗੁਰਾਂ ਦਾ ਸਿੰਘਾਸਨ ਖਾਲੀ ਹੈ। ਹਾਂਜੀ। ਇਕ ਸ਼੍ਰੀ ਅੰਗਦ ਕੀਆ ਸਲੀਲਾ। ਮਹਾਰਾਜ ਗਰੀਬ ਨਵਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਦੀ ਇਹ ਲੀਲਾ ਵੇਖੀ, ਗੱਜ ਕੇ ਆਖੋ ਵਾਹਿਗੁਰੂ। ਉਹਨਾਂ ਨੂੰ ਪਤਾ ਸੀ ਇਹ ਲੀਲਾ ਹੈ, ਇਹ ਕੌਤਕ ਹੈ। ਹਾਂਜੀ। ਖਰੇ ਹੋਏ ਕਰ ਤਹਾਂ ਸੁਸ਼ੀਲਾ। ਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨਾ ਜੀ ਉਸ ਸਿੰਘਾਸਨ ਦੇ ਸਾਹਮਣੇ ਖਲੋ ਗਏ ਜੀ, ਤੇ ਸਾਨੂੰ ਇੱਕ ਤਰੀਕਾ ਦੱਸਿਆ, ਜੇ ਗੁਰੂ ਸਾਡੇ ਹਿਰਦੇ ਚੋਂ ਅਲੋਪ ਹੋ ਜੇ ਤੇ ਗੁਰੂ ਨੂੰ ਮੁੜ ਕਿਵੇਂ ਪ੍ਰਗਟ ਕਰਨਾ ਹੈ। ਬੜੀ ਵੱਡੀ ਗੱਲ 'ਚ ਕਈ ਵਾਰੀ ਨਿਤਨੇਮੀਆਂ ਦਾ ਰਸ ਟੁੱਟ ਜਾਂਦਾ, ਉਹਨਾਂ ਦਾ ਕੋਈ ਰਸ ਨਹੀਂ ਰਹਿੰਦਾ, ਕੋਈ ਸ਼ਰਧਾ ਨਹੀਂ ਰਹਿੰਦੀ। ਕਈ ਮੈਂ ਕੱਲ੍ਹ ਲੁਧਿਆਣੇ ਗਿਆ, ਉੱਥੇ ਇੱਕ ਸਿੰਘ ਮਿਲਿਆ ਤਾਂ ਉਹ ਕਹਿਣ ਲੱਗਾ ਜੀ ਪਹਿਲਾਂ ਬੜੀ ਕਥਾ ਸੁਣਦਾ ਸਾਂ ਮੈਂ ਰੋਜ਼, ਵਿੱਚ ਜੇ ਕਹਿੰਦਾ ਪਤਾ ਨਹੀਂ ਮੈਨੂੰ ਕੀ ਹੋਇਆ ਕਿ ਮੇਰਾ ਸਾਰਾ ਸਿਸਟਮ ਹੀ ਖਰਾਬ ਹੋ ਗਿਆ, ਤੇ ਨਾ ਕਥਾ ਸੁਣੀ ਜਾਵੇ, ਨਾ ਕੀਰਤਨ, ਤੇ ਨਾ ਹੀ ਪਾਠ ਕਰਨ ਨੂੰ ਜੀ ਕਰੇ। ਤੇ ਜਦੋਂ ਉਹਦੇ ਨਾਲ ਗੁਰੂ ਸਾਹਿਬ ਦੇ ਪਿਆਰ ਵਾਲੇ ਬਚਨ ਹੋਏ ਨਾ ਜੀ, ਸਾਰੀ ਸੰਗਤ ਬੈਠੀ ਸੀ, ਤੇ ਕਹਿਣ ਲੱਗਾ ਵੀ ਹੁਣ ਮੈਨੂੰ ਲੱਗਦਾ ਵੀ ਮੇਰੀ ਗੱਡੀ ਮੁੜ ਪਟੜੀ ਤੇ ਆ ਜਾਏਗੀ, ਮੇਰਾ ਜੀਵਨ ਪਹਿਲਾਂ ਵਾਂਗੂ ਸ਼ੁਰੂ ਹੋ ਜਾਏਗਾ। ਕਈ ਵਾਰੀ ਐਸਾ ਹੁੰਦਾ ਜੀ, ਹਿਰਦੇ ਚੋਂ ਮਹਾਰਾਜ ਦਾ ਪਿਆਰ ਅਲੋਪ ਹੋ ਜਾਂਦਾ, ਉਹਨੂੰ ਪ੍ਰਗਟ ਕਿਵੇਂ ਕਰਨਾ ਉਹ ਸੁਣੋ। ਹਾਂਜੀ। ਅਚਰਜ ਗਤ ਕੁਛ ਲਖੀ ਨਾ ਜਾਵੈ, ਜੋ ਸਮ ਹੋਏ ਤਉ ਕੁਛ ਪਾਵੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਇਹ ਗੁਰੂ ਦੀ ਗਤੀ ਉਹਨੂੰ ਹੀ ਪਤਾ ਜਿਹੜਾ ਗੁਰੂ ਦੇ ਬਰਾਬਰ ਹੈ ਜੀ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਬਾਕੀ ਸੰਗਤਾਂ ਨੂੰ ਨਹੀਂ ਪਤਾ। ਜੇ ਪਤਾ ਤੇ ਗੁਰੂ ਅਮਰਦਾਸ ਜੀ ਨੂੰ ਪਤਾ ਵੀ ਮਹਾਰਾਜ ਕਿੱਥੇ ਗਏ। ਹਾਂਜੀ। ਕਰਹਿ ਵਿਚਾਰਨ ਆਪਣੇ ਚੀਤ। ਹੁਣ ਤੁਸੀਂ ਵਿਚਾਰ ਕਰੋ ਵੀ ਅਲੋਪ ਹੋ ਕੇ ਮਹਾਰਾਜ ਕਿੱਥੇ ਗਏ ਹੋਣਗੇ। ਅਸਲ ਵਿੱਚ ਜਿਵੇਂ ਮਹਾਂਪੁਰਖਾਂ ਪੜ੍ਹਾਇਆ ਮੈਂ ਉਵੇਂ ਬੇਨਤੀ ਕਰਾਂ, ਰੱਬ ਦੇ ਪਿਆਰੇ ਅਲੋਪ ਹੋ ਕੇ ਕਿਸੇ ਵੱਖਰੇ ਪਹਾੜ 'ਤੇ ਨਹੀਂ ਜਾ ਕੇ ਬਹਿੰਦੇ, ਤੱਤਾਂ 'ਚ ਤੱਤ ਮਿਲਾ ਲੈਂਦੇ ਜੀ। ਸਰੀਰ ਜਿਹੜਾ ਉਹ ਤੱਤਾਂ 'ਚ ਤੱਤ ਮਿਲ ਜਾਂਦੇ, ਪਾਣੀ ਦਾ ਤੱਤ ਪਾਣੀ 'ਚ ਜਾ ਕੇ ਰਲ ਜਾਂਦਾ, ਮਿੱਟੀ ਦਾ ਮਿੱਟੀ ਵਿੱਚ, ਅੱਗ ਦਾ ਅੱਗ ਵਿੱਚ ਰਲ ਜਾਂਦਾ, ਹਵਾ ਦਾ ਹਵਾ 'ਚ ਰਲ ਜਾਂਦਾ ਜੀ। ਹੁਣ ਕਿਸੇ ਨੂੰ ਨਹੀਂ ਪਤਾ ਵੀ ਕੀ ਖੇਡ ਬਣੀ। ਹਾਂਜੀ। ਸ਼੍ਰੀ ਗੁਰ ਕਿਉ ਕੀਨਸ ਅਸ ਰੀਤ। ਇਹ ਸਾਰੀ ਗੱਲ ਗੁਰੂ ਅਮਰਦਾਸ ਸਾਹਿਬ ਜਾਣਦੇ ਵੀ ਮਹਾਰਾਜ ਕੀ ਬਣੇ ਆ, ਕਿੱਥੇ ਨੇ ਤੇ ਕਿਉਂ ਕੀਤਾ ਮਹਾਰਾਜ ਨੇ। ਹਾਂਜੀ। ਤਾਤ ਪਰ ਕੋ ਨੀਕੇ ਜਾਨਾ, ਪ੍ਰਗਟਾ ਮਨ ਹਿਤ ਸੋ ਜਸ ਬਖਾਨਾ। ਤੇ ਹੁਣ ਮਹਾਰਾਜ ਨੂੰ ਪ੍ਰਗਟਾਉਣ ਵਾਸਤੇ ਨਾ ਸ਼੍ਰੀ ਗੁਰੂ ਅਮਰਦਾਸ ਸਾਹਿਬ ਸਾਰੀਆਂ ਸੰਗਤਾਂ ਦੇ ਵਿੱਚ ਇੰਝ ਕਹਿਣ ਲੱਗੇ, ਹੱਥ ਜੋੜ ਕੇ ਉੱਚੀ ਉੱਚੀ। ਪਰਮਾਨਕ ਕਾ ਛੰਦ, ਆਨੰਦ ਕੰਦ ਰੂਪ ਹੋ, ਬਿਲੰਦ ਭੂਪ ਭੂਪ ਹੋ। ਇਹਦਾ ਭਾਵ ਸਮਝਿਓ ਪਿਆਰਿਓ। ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਸਾਹਿਬ ਜੀ ਦੀ ਵਡਿਆਈ ਕਰਨ ਲੱਗ ਪਏ ਜੀ। ਜਦੋਂ ਹਿਰਦੇ 'ਚ ਨਿਤਨੇਮ ਨਾ ਟਿਕੇ, ਗੁਰੂ ਸਾਹਿਬ ਅਲੋਪ ਹੋ ਜਾਣ ਅੰਦਰੋਂ, ਪਿਆਰਿਓ ਗੁਰੂ ਸਾਹਿਬ ਦੀਆਂ ਵਡਿਆਈਆਂ ਕਰਿਆ ਕਰੋ, ਮਹਾਰਾਜ ਫਿਰ ਪ੍ਰਗਟ ਹੋ ਜਾਂਦੇ ਜੇ। ਆਨੰਦ ਕੰਦ ਰੂਪ ਹੋ, ਬਿਲੰਦ ਭੂਪ ਭੂਪ ਹੋ। ਹੇ ਮਹਾਰਾਜ, ਮਹਾਰਾਜ ਤੁਸੀਂ ਆਨੰਦ ਦੇ ਬੱਦਲ ਰੂਪ ਹੋ। ਮਹਾਰਾਜ ਤੁਸੀਂ ਵੱਡਿਆਂ ਤੋਂ ਵੱਡੇ ਰਾਜੇ ਹੋ। ਨਾ ਆਦ ਅੰਤ ਤੋਹੇ ਕੋ ਸਮਾਨ ਆਨ ਹੋਏ ਕੋ। ਹੇ ਗੁਰੂ ਅੰਗਦ ਦੇਵ ਸਾਹਿਬ, ਨਾ ਤੁਹਾਡਾ ਸ਼ੁਰੂਆਤ ਤੇ ਨਾ ਤੁਹਾਡਾ ਅੰਤ, ਨਾ ਸ਼ੁਰੂਆਤ ਨਾ ਅੰਤ ਦਾ ਕਿਸੇ ਨੂੰ ਪਤਾ, ਤੇ ਮਹਾਰਾਜ ਤੁਹਾਡੇ ਬਰਾਬਰ ਹੋਰ ਕੋਈ ਨਹੀਂ ਹੈ। ਮੁਕੰਦ ਸੇਵਕਾਨ ਕੋ ਪ੍ਰਕਾਸ਼ ਚੰਦ ਭਾਨ ਕੋ। ਸੱਚੇ ਪਾਤਸ਼ਾਹ ਤੁਸੀਂ ਆਪਣੇ ਸੇਵਕਾਂ ਨੂੰ ਮੁਕਤੀ ਦੇਣ ਵਾਲੇ ਹੋ। ਚੰਦ ਤੇ ਸੂਰਜ ਨੂੰ ਵੀ ਪ੍ਰਕਾਸ਼ ਤੁਸੀਂ ਦਿੱਤਾ ਹੈ। ਸੋਦਾਨ ਦੇ ਜਹਾਨ ਕੋ ਕਰੇ ਜੋ ਖਾਨ ਪਾਨ ਕੋ। ਹੇ ਮਹਾਰਾਜ ਤੁਸੀਂ ਸਾਰੇ ਜਗਤ ਨੂੰ ਰੋਜੀ ਰੋਟੀ ਦੇਣ ਵਾਲੇ ਹੋ। ਮਹਾਰਾਜ ਖਾਣ ਪੀਣ ਵਾਲਾ ਦੇਣ ਵਾਲੇ ਤੁਸੀਂ ਹੋ। ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਹਾਂਜੀ। ਚਰਿੱਤਰ ਕੋ ਬਚਿੱਤਰ ਹੈ, ਭਨੇ ਸੁਨੇ ਪਵਿੱਤਰ ਹੈ। ਮਹਾਰਾਜ ਆਪ ਜੀ ਦੇ ਚਰਿੱਤਰ ਬੜੇ ਬਚਿੱਤਰ ਹਨ,
ਤੇ ਸੁਣਦਾ ਜਿਹੜਾ ਉਹ ਪਵਿੱਤਰ ਹੋ ਜਾਂਦਾ। ਹਾਂਜੀ। ਅਦੇਵ ਦੇਵਨਾਥ ਹੈ ਸਭੇ ਨਿਵਾਰ ਮਾਥ ਹੈ। ਹੇ ਸੱਚੇ ਪਾਤਸ਼ਾਹ ਤੁਸੀਂ ਅਦੇਵ ਹੋ, ਦੇਵਤਿਆਂ ਤੇ ਦਾਤਾਂ ਦੇ ਮਾਲਕ ਹੋ। ਅਜਾਏ ਹੋ ਅਮਾਏ ਹੋ ਸਦੀਵ ਸੁਧ ਭਾਏ ਹੋ। ਸਾਰੇ ਤੁਹਾਨੂੰ ਮੱਥਾ ਟੇਕਦੇ ਨੇ, ਤੁਸੀਂ ਅਜਨਮ ਹੋ ਤੇ ਮਾਇਆ ਰਹਿਤ ਹੋ। ਪਰੰਪਰਾ ਪਰੇਸ਼ ਹੋ ਧਰੰਤਰਾ ਆਦੇਸ਼ ਹੋ। ਸੁਤੇ ਸਿੱਧ ਸਿੱਧ ਸਰੂਪ ਹੋ ਮਹਾਰਾਜ, ਤੇ ਪਰੰਪਰਾ ਪਰੇਸ਼ ਹੋ ਧਰੰਤਰਾ ਆਦੇਸ਼ ਹੋ। ਮਹਾਰਾਜ ਤੁਸੀਂ ਆਪ ਹੀ ਈਸ਼ਵਰ ਹੋ, ਧਰਤੀ ਨੂੰ ਧੀਰਜ ਦੇਣ ਵਾਲੇ ਹੋ। ਹੇ ਸੱਚੇ ਪਾਤਸ਼ਾਹ ਤੁਸੀਂ ਬੜੇ ਹੀ ਵੱਡੇ ਹੋ, ਬੜੇ ਹੀ ਵੱਡੇ ਹੋ। ਸਤਿਗੁਰ ਵੱਡਾ ਕਰ ਸਾਲਾ ਹੀ ਹੈ। ਜਦੋਂ ਕਿਤੇ ਮਨ ਵਿੱਚ ਸ਼ੁਭ ਗੁਣ ਨਾ ਟਿਕਣ, ਮਨ ਖਾਲੀ ਜਿਹਾ ਲੱਗੇ ਨਾ, ਇਕੱਲੇ ਕਮਰੇ 'ਚ ਜਾ ਕੇ ਉੱਚੀ ਉੱਚੀ ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਕਰਿਆ ਕਰੋ। ਹਾਂਜੀ। ਰਹੇ ਵਿਸਾਲ ਗੋਪ ਹੋਵੈ ਜੇ ਖੋਜੀਏ ਨਾ ਓਪ ਹੋਵੈ। ਸੱਚੇ ਪਾਤਸ਼ਾਹ ਤੁਸੀਂ ਬੜੇ ਗੁੱਝੇ ਹੋ, ਤੁਹਾਨੂੰ ਲੱਭ ਨਹੀਂ ਕੋਈ ਸਕਦਾ। ਮਹਾਰਾਜ ਤੁਹਾਡੀ ਉਪਮਾ ਨਹੀਂ ਕੋਈ ਮੁਖ ਤੋਂ ਕਰ ਸਕਦਾ। ਹਾਂਜੀ। ਅਜਾਨ ਲੋਕ ਹੋਵੈ ਰਹੇ ਪ੍ਰਤੀਤ ਧਾਰ ਨਾ ਲਹੇ। ਮਹਾਰਾਜ ਇਹ ਲੋਕ ਅਣਜਾਣ ਨੇ, ਜਿਨ੍ਹਾਂ ਨੇ ਤੁਹਾਡੇ ਤੇ ਸ਼ੰਕਾ ਕੀਤਾ, ਮਹਾਰਾਜ ਇਹਨਾਂ ਨੂੰ ਵੀ ਬਖਸ਼ ਲਓ। ਉੱਚੀ ਉੱਚੀ ਮਹਾਰਾਜ ਕਹਿ ਰਹੇ ਆ। ਹਾਂਜੀ। ਗੁਰੂ ਮਹਾਨ ਚੀਨਿਓ ਨਿਹਾਲ ਦਾਸ ਕੀਨੀ। ਮਹਾਰਾਜ ਜਿਨ੍ਹਾਂ ਨੇ ਤੁਹਾਨੂੰ ਮਹਾਨ ਜਾਣਿਆ, ਉਹਨਾਂ ਸੇਵਕਾਂ ਨੂੰ ਤੁਸੀਂ ਨਿਹਾਲ ਵੀ ਕੀਤਾ। ਹਾਂਜੀ। ਨਿਵਾਰ ਮੋਹ ਤਾਪ ਕੋ ਜਪਾਏ ਨਾਮ ਜਾਪ ਕੋ। ਸੱਚੇ ਪਾਤਸ਼ਾਹ ਮੋਹ ਦੇ ਦੁੱਖ ਨੂੰ ਤੁਸੀਂ ਦੂਰ ਕਰਨ ਵਾਲੇ ਹੋ, ਪਰਮੇਸ਼ਰ ਦੇ ਨਾਮ ਨੂੰ ਤੁਸੀਂ ਜਪਾਉਣ ਵਾਲੇ ਹੋ। ਸਦਾ ਅਧੀਨ ਪ੍ਰੇਮ ਕੇ ਨਿਰਵਾਹਿ ਕੀਨ ਨੇਮ ਕੇ। ਸਦਾ ਤੁਸੀਂ ਪ੍ਰੇਮ ਦੇ ਅਧੀਨ ਹੋ, ਪ੍ਰੇਮ ਦੇ ਵਸ ਵਿੱਚ ਹੋ। ਮਹਾਰਾਜ ਤੁਸੀਂ ਸਦਾ ਸਦਾ ਪ੍ਰੇਮ ਦਾ ਨੇਮ ਨਿਭਾਉਣ ਵਾਲੇ ਹੋ। ਸੋ ਤਾਏ ਜੇ ਮਹਿਮ ਕੇ ਸੁਦਾਨ ਦੇ ਤਸ਼ੇਮ ਕੇ। ਮਹਾਰਾਜ ਜਿਹਨੂੰ ਤੁਸੀਂ ਤਪਾ ਕੇ ਸੋਨੇ ਵਰਗਾ ਸ਼ੁੱਧ ਕਰ ਦਿੰਦੇ ਹੋ ਨਾ, ਮਹਾਰਾਜ ਫਿਰ ਉਹਦੀ ਵੀ ਕੋਈ ਬਰਾਬਰੀ ਨਹੀਂ ਕਰ ਸਕਦਾ। ਮਹਾਰਾਜ ਜਿਹਨੂੰ ਤੁਸੀਂ ਦਾਨ ਦੇ ਦਿੰਦੇ ਹੋ। ਸੋ ਛੰਦ ਸਿੰਧ ਨੰਦਨਾ ਅਮੰਦ ਹੋ ਮਨਿੰਦਨਾ। ਆਪ ਆਜ਼ਾਦ ਹੋ, ਆਪ ਆਨੰਦ ਦੇ ਸਮੁੰਦਰ ਹੋ। ਚੰਦ ਵਾਂਗ ਵੱਧਦੇ ਘਟਦੇ ਨਹੀਂ ਹੋ। ਚੰਦ 'ਚ ਦੋਸ਼ ਹੈ, ਕਦੀ ਵੱਧ ਜਾਂਦਾ ਹੈ, ਕਦੀ ਘਟ ਜਾਂਦਾ ਹੈ। ਮਹਾਰਾਜ ਐਸੇ ਨਹੀਂ ਹੈਗੇ ਜੀ। ਹਾਂਜੀ। ਗੋਬਿੰਦ ਸ਼ਤਰੂ ਕੰਦਨਾ ਸੋ ਬੰਦਨਾ ਤੋ ਬੰਦਨਾ। ਆਪ ਗੋਬਿੰਦ ਹੋ, ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਹੋ। ਤੁਹਾਨੂੰ ਮੇਰੀ ਨਮਸਕਾਰ ਹੈ। ਮਹਾਰਾਜ ਕਿਰਪਾ ਕਰੋ, ਦਰਸ਼ਨ ਦਿਓ। ਮਹਾਰਾਜ ਅਲੋਪ ਨੇ ਤੇ ਕੱਲੇ ਗੱਦੀ ਅੱਗੇ ਅਰਦਾਸ ਕਰ ਰਹੇ ਬਾਬਾ ਅਮਰਦਾਸ ਜੀ। ਹਾਂਜੀ। ਦੋਹਰਾ ਸ਼੍ਰੀ ਸਤਿਗੁਰ ਕਿਮ ਆਪ ਆਪ ਹੋਏਗੇ ਅੰਤਰ ਧਿਆਨ। ਹੇ ਸੱਚੇ ਪਾਤਸ਼ਾਹ ਮਹਾਰਾਜ ਜਿਵੇਂ ਤੁਸੀਂ ਅੰਤਰ ਧਿਆਨ ਹੋ ਗਏ ਹੋ, ਇੱਕਦਮ ਅਲੋਪ ਹੋ ਗਏ ਹੋ। ਲੋਕਨ ਕੀ ਸ਼ੰਕਾ ਕਹਾਂ ਤੁਮ ਹੈ ਨਾ ਉਚਿਤ ਮਹਾਰਾਜ ਇਹਨਾਂ ਲੋਕਾਂ ਦਾ ਕੀ ਹੈ? ਸੱਚੇ ਪਾਤਸ਼ਾਹ ਇਹ ਲੋਕ ਤੇ ਸਦਾ ਸ਼ੰਕਾ ਹੀ ਕਰਦੇ ਆ। ਗੱਜ ਕੇ ਆਖੋ ਵਾਹਿਗੁਰੂ। ਅਸਲ ਵਿੱਚ ਮਹਾਰਾਜ ਦਰਸਾਉਣਾ ਚਾਹੁੰਦੇ ਆ ਰੱਬ ਦਾ ਪਿਆਰਾ ਸਰੀਰ ਨਹੀਂ ਹੈ। ਜਦੋਂ ਚਾਹਵੇ ਇਸ ਤਰ੍ਹਾਂ ਵੀ ਸਰੀਰ ਦਾ ਨਾਸ ਹੋ ਸਕਦਾ ਹੈ ਜੀ। ਹਾਂਜੀ। ਦੇਹੋ ਦਰਸ਼ਨ ਕਰੁਣਾ ਕਰੋ ਪ੍ਰਥਮ ਜਗਤ ਕੀ ਰੀਤ। ਮਹਾਰਾਜ ਜਿਵੇਂ ਪਹਿਲਾਂ ਦਰਸ਼ਨ ਦਿੰਦੇ ਸੀ, ਉਵੇਂ ਦੁਬਾਰਾ ਦਰਸ਼ਨ ਦਿਓ। ਹਾਂਜੀ। ਕਰਤੇ ਰਹੇ ਸੋ ਅਬ ਕਰੋ ਕਿਉ ਠਾਨੋ ਵਿਪਰੀਤ। ਮਹਾਰਾਜ ਜਿਵੇਂ ਪਹਿਲਾਂ ਸਾਡੇ ਤੇ ਮਿਹਰ ਕੀਤੀ, ਉਵੇਂ ਮੁੜ ਮਿਹਰਾਂ ਕਰੋ। ਸੰਗਤਾਂ ਬੈਠੀਆਂ, ਮਹਾਰਾਜ ਦਰਸ਼ਨ ਦਿਓ। ਹਾਂਜੀ। ਪਰਮ ਧਾਮ ਅਬਿਰਾਮ ਕੋ ਗਮਨ ਹੋ ਇਹ ਤਨ ਤਿਆਗ। ਸਾਡੇ ਨਾਲ ਬਚਨ ਕਰਕੇ ਬੈਕੁੰਠ ਨੂੰ ਜਾਵੋ, ਸੱਚਖੰਡ ਜਾਓ, ਪਰ ਸਾਡੇ ਨਾਲ ਬਚਨ ਕਰਕੇ, ਸਾਡੇ ਤੇ ਮਿਹਰਾਂ ਵਰਤਾ ਕੇ। ਇਮ ਬਿਨਤੀ ਸੁਨ ਦਾਸ ਕੀ ਜਾਨ ਮਹਾ ਅਨੁਰਾਗ। ਜਦੋਂ ਇਸ ਤਰੀਕੇ ਨਾਲ ਬੈਰਾਗ ਵਿੱਚ ਉੱਚੀ ਉੱਚੀ ਬੋਲ ਕੇ ਬਾਬਾ ਅਮਰਦਾਸ ਜੀ ਨੇ ਬੇਨਤੀਆਂ ਕੀਤੀਆਂ ਨਾ ਜੀ। ਹਾਂਜੀ। ਸਿੰਘਾਸਨ ਪਰ ਬਿਦਤ ਭੇ ਦੇਖ ਸਕਲ ਹਰ ਖਾਏ। ਤੇ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਫੇਰ ਆਖੋ ਵਾਹਿਗੁਰੂ। ਪਿਆਰਿਓ ਗੱਦੀ ਸਾਹਿਬ ਤੇ ਪ੍ਰਕਾਸ਼ ਹੀ ਪ੍ਰਕਾਸ਼ ਹੋਇਆ ਇੱਕ ਵਾਰੀ ਜੀ। ਸਾਰਿਆਂ ਵੇਖਿਆ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ, ਤੇ ਇੱਕਦਮ ਉਸ ਪ੍ਰਕਾਸ਼ ਵਿੱਚ ਬੈਠੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਹੋ ਗਏ ਜੀ। ਮਹਾਰਾਜ ਮੁੜ ਆ ਗਏ ਸੱਚੇ ਪਾਤਸ਼ਾਹ।
ਹਾਂਜੀ। ਜੈ ਜੈ ਸ਼ਬਦ ਉਚਾਰ ਕਰ ਪਰੇ ਦੌਰ ਸਭ ਪਾਏ। ਬਸ ਸਾਰੇ ਮਹਾਰਾਜ ਦੇ ਚਰਨੀ ਲੱਗ ਕੇ ਮੁੜ ਭੁੱਲਾਂ ਦੀਆਂ ਮਾਫੀਆਂ ਮੰਗਣ ਲੱਗ ਪਏ, ਜੈ ਜੈਕਾਰਾਂ ਕਰਨ ਲੱਗ ਪਏ। ਮਹਾਰਾਜ ਸਾਡੇ ਕੋਲੋਂ ਭੁੱਲ ਹੋ ਗਈ, ਸਾਨੂੰ ਨਹੀਂ ਸੀ ਪਤਾ। ਮਹਾਰਾਜ ਸਮੇਤ ਸਰੀਰ ਦੇ ਵੀ ਸੱਚਖੰਡ ਜਾ ਸਕਦੇ ਆ। ਜੇ ਉਹਨਾਂ ਸ਼ੰਕਾ ਕੀਤੀ ਵੀ ਇਹ ਵੀ ਗੁਰੂ ਨਾਨਕ ਸਾਹਿਬ ਵਾਂਗੂ ਜਾਣਗੇ, ਮਹਾਰਾਜ ਨੇ ਇੱਕ ਵਾਰੀ ਜਾ ਕੇ ਵਿਖਾ ਦਿੱਤਾ ਜੀ। ਤੇ ਤੁਸੀਂ ਸੁਣਿਆ ਕਈ ਵਾਰੀ ਗੁਰੂ ਨਾਨਕ ਸਾਹਿਬ ਜੀ ਨੇ ਸਰੀਰ ਨੂੰ ਜਦੋਂ ਸਰੀਰ ਤਿਆਗਣ ਲੱਗੇ ਤੇ ਪਹਿਲਾਂ ਇੱਕ ਵਾਰੀ ਤਿਆਗਿਆ, ਫਿਰ ਬੇਨਤੀ ਮਾਤਾ ਜੀ ਦੀ ਮੰਨ ਕੇ ਮੁੜ ਆਏ ਜੀ। ਜਦੋਂ ਫਿਰ ਤਿਆਗਿਆ, ਬਾਬਾ ਸ੍ਰੀ ਚੰਦਰ ਜੀ, ਬਾਬਾ ਲਖਮੀ ਦਾਸ ਜੀ ਆ ਕੇ ਬੈਰਾਗ ਕਰਨ ਲੱਗੇ, ਮੁੜ ਮਹਾਰਾਜ ਸਰੀਰ 'ਚ ਆਏ। ਤੇ ਜਦੋਂ ਤੀਜੀ ਵਾਰੀ ਤਿਆਗਿਆ, ਫਿਰ ਸਰੀਰ ਵੀ ਨਾਲ ਹੀ ਲੈ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਨਾਨਕ ਸਾਹਿਬ ਮਹਾਰਾਜ। ਇਹਨਾਂ ਸ਼ੰਕਾ ਕੀਤਾ ਤੇ ਮਹਾਰਾਜ ਨੇ ਦੱਸ ਦਿੱਤਾ ਵੀ ਅਸੀਂ ਸਰੀਰ ਨਹੀਂ ਹੈਗੇ। ਦਾਸ ਨੇ ਅੱਗੇ ਇੱਕ ਵਾਰੀ ਤੁਹਾਨੂੰ ਬੇਨਤੀ ਕੀਤੀ, 10ਵੇਂ ਪਾਤਸ਼ਾਹ ਬੈਠੇ ਜਦੋਂ ਮਹਾਰਾਜ ਨੇ ਜੋਤੀ ਜੋਤ ਸਮਾਉਣਾ ਸੀ, ਮਹਾਰਾਜ ਕਹਿੰਦੇ ਅਸੀਂ ਸਰੀਰ ਨਹੀਂ ਆ। ਸਿੰਘ ਕਹਿੰਦੇ ਇਹ ਕਿਵੇਂ ਹੋ ਸਕਦਾ, ਫੁਰਨਾ ਬਣਾਇਆ। ਮਹਾਰਾਜ ਇੰਝ ਬੈਠੇ ਤੇ ਭਾਈ ਦਇਆ ਸਿੰਘ ਨੂੰ ਕਹਿਣ ਲੱਗੇ, ਦਇਆ ਸਿੰਘ ਸਾਡਾ ਹੱਥ ਫੜ। ਤੇ ਪਿਆਰੇ ਦਇਆ ਸਿੰਘ ਕਲਗੀਧਰ ਜੀ ਦਾ ਹੱਥ ਫੜਨ ਤੇ ਇੰਝ ਹੀ ਹੋਵੇ, ਹੱਥ 'ਚ ਨਾ ਆਵੇ। ਹੱਥ ਹੈ ਸੀ ਪਰ ਹੱਥ 'ਚ ਨਹੀਂ ਸੀ ਆਉਂਦਾ। ਮਹਾਰਾਜ ਕਹਿੰਦੇ ਫੜੋ ਸਾਡਾ ਸਰੀਰ ਫੜੋ। ਤੇ ਜਦੋਂ ਹੱਥ 'ਚ ਹੀ ਨਾ ਆਇਆ ਤੇ ਫਿਰ ਕਹਿਣਾ ਪਿਆ ਵੀ ਮਹਾਰਾਜ ਸਰੀਰ ਤੇ ਹੈ ਪਰ ਤੁਸੀਂ ਸਰੀਰ ਰੂਪ ਨਹੀਂ ਹੈਗੇ। ਹੁਣ ਜੇ ਚੀਜ਼ ਹੋਵੇ ਤੇ ਫੜੀ ਜਾਵੇ, ਪਰ ਚੀਜ਼ ਵੇਖ ਰਹੀ ਹੈ। ਇਹ ਬੜੀਆਂ ਅਚਰਜ ਬਾਤਾਂ ਨੇ ਗੁਰੂ ਸਾਹਿਬ ਦੀਆਂ। ਤੇ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ਾਂ ਕਰਨ, ਸਾਡੇ ਹਿਰਦੇ 'ਚ ਆਪਣਾ ਪਿਆਰ ਲਿਖ ਦੇਣ, ਸਭ ਤੋਂ ਵੱਡੀ ਗੱਲ ਹੈ। ਗੁਰੂ ਤੋਂ ਵਿਛੋੜਾ ਨਾ ਹੋਵੇ, ਪਿਆਰ ਲਿਖ ਦੇਣ। ਮਹਾਰਾਜ ਪ੍ਰੇਮਾ ਭਗਤੀ ਦੇ ਵਸ ਨੇ ਨਾ, ਪਿਆਰ ਲਿਖ ਦੇਣ, ਸਭ ਕੁਝ ਮਿਲ ਗਿਆ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।